ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ, ਅਮਰਦਾਸ ਗੁਰ ਹਿਰਦੇ ਧਿਆਵੋ, ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਵਿਗਨਨ ਕੇ ਨਾਸਕ, ਵਿਗਨਨ ਕੇ ਨਾਸਕ। ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ, ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਈ, ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ, ਤਾਰਾਂ ਤਾਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦਾਂ ਬਾਰ ਬਾਰ ਜਗਦੀਸਾ। ਸ੍ਰੀ ਨਾਨਕ ਅੰਗਦ ਗੁਰੂ, ਅਮਰਦਾਸ ਸੁਖ ਕੰਦ। ਰਾਮਦਾਸ ਅਰਜਨ ਗੁਰੂ, ਬਾਰ ਸ੍ਰੀ ਹਰਿ ਗੋਬਿੰਦ। ਹਰਿ ਰਾਏ ਹਰਿ ਕ੍ਰਿਸ਼ਨ ਗੁਰ, ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ, ਨਮੋ ਚਰਨ ਅਰਵਿੰਦ। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋਂ ਕਰ ਅਨੁਰਾਗ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ। ਸ਼੍ਰੀ ਅੰਮ੍ਰਿਤਸਰ ਕੋ ਰਚਤ ਗਮਨੇ ਗੋਇੰਦਵਾਲ, ਖਾਸੇ ਪਰ ਸ਼੍ਰੀ ਪ੍ਰਭ ਚੜੇ ਸੰਗਤ ਸੰਗ ਵਿਸਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਹੋਈ, ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੰਧਿਆ ਦੇ ਦੀਵਾਨ ਸਜੇ ਹਨ। ਸੰਧਿਆ ਸਮੇਂ ਸੁਨੇ ਰਹਿਰਾਸ, ਕੀਰਤਨ ਕਥਾ ਸੁਨੇ ਹਰਿ ਜਾਸ। ਇਨ ਮਹਿ ਨੇਮ ਜੋ ਏਕ ਕਰਾਏ, ਸੋ ਸਿੱਖ ਅਮਰਾਪੁਰੀ ਕੋ ਜਾਏ। ਗੁਰੂ ਮਹਾਰਾਜ ਕਲਗੀਧਰ ਪਾਤਸ਼ਾਹ ਦਾ ਰਹਿਤਨਾਮਿਆਂ ਵਿੱਚ ਹੁਕਮ ਹੈ, ਗੁਰੂ ਕਾ ਸਿੱਖ ਸੰਧਿਆ ਦੇ ਸਮੇਂ ਰਹਿਰਾਸ ਦਾ ਪਾਠ ਤੇ ਕੀਰਤਨ ਕਥਾ ਸਰਵਣ ਕਰੇ। ਆਪ ਜੀ ਗੁਰੂ ਚਰਨਾਂ 'ਚ ਬੈਠ ਕਰਕੇ ਮਹਾਨ ਸਤਿਗੁਰੂ ਦੀਨ ਦਿਆਲ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਪਾਵਨ ਇਤਿਹਾਸ ਸਰਵਣ ਕਰ ਰਹੇ ਹੋ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ, ਜੋ ਸਰੋਵਰ ਦੀ ਸੇਵਾ ਹੈ,
ਇਹ ਬੜੇ ਭਾਰੀ ਪਰਉਪਕਾਰ ਕਰਕੇ ਗੁਰਸਿੱਖਾਂ ਤੋਂ ਕਰਵਾਈ ਹੈ। ਉਸ ਸਮੇਂ ਦੇ ਜਿਹੜੇ ਗੁਰਸਿੱਖ ਗੁਰੂ ਘਰ ਦੇ ਨਾਲ ਜੁੜੇ ਹਨ, ਜਿਨ੍ਹਾਂ ਨੇ ਸੇਵਾ ਨਿਭਾਈ, ਖਾਸ ਕਰਕੇ ਬਾਬਾ ਬੁੱਢਾ ਜੀ, ਭਾਈ ਭਗਤੂ ਜੀ, ਭਾਈ ਮੰਝ ਜੀ, ਭਾਈ ਬਹੋੜਾ ਜੀ, ਭਾਈ ਬਹਿਲੋ ਜੀ, ਭਾਈ ਸਾਲੋ ਜੀ, ਪੰਡਿਤ ਗੰਗਾ ਰਾਮ ਜੀ, ਭਾਈ ਗੁਰਦਾਸ ਜੀ ਅਤੇ ਹੋਰ ਬੇਅੰਤ ਗੁਰਸਿੱਖਾਂ ਦਾ ਜ਼ਿਕਰ ਆਏਗਾ, ਜਿਹੜੇ ਗੁਰੂ ਸਾਹਿਬ ਜੀ ਦੇ ਅਨੰਨ ਸੇਵਕ ਭਾਵਨਾ ਵਾਲੇ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਕਰਕੇ ਹੀ ਪਰਮ ਪਦ ਨੂੰ ਪਹੁੰਚ ਗਏ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਨ੍ਹਾਂ ਨੇ ਸੇਵਾ ਕੀਤੀ ਗੁਰੂ ਤੀਰਥ ਦੀ, ਗੁਰੂ ਦਰਬਾਰ ਦੀ, ਕਿੱਡੇ ਮਹਾਨ ਹੋ ਗਏ। ਸਾਧ ਸੰਗਤ ਜੀ, ਇਹ ਪ੍ਰਸੰਗ ਚੱਲ ਰਹੇ ਨੇ। ਭਾਈ ਮੰਝ ਦੀ ਕਥਾ ਆਪਾਂ ਸੁਣੀ ਹੈ, ਉਸ ਤੋਂ ਪਹਿਲਾਂ ਭਾਈ ਭਗਤੂ ਜੀ ਦੀ ਕਥਾ ਸੁਣੀ ਹੈ। ਕਿੰਨੀਆਂ ਘਾਲਣਾ ਗੁਰਸਿੱਖਾਂ ਨੇ ਘਾਲੀਆਂ ਹਨ। ਭਾਈ ਮੰਝ ਤਾਂ ਹੱਦ ਹੀ ਕਰ ਦਿੱਤੀ ਹੈ, ਗੁਰੂ ਦੇ ਵਾਸਤੇ ਆਪਣਾ ਸਭ ਕੁਛ ਹੀ ਲੇਖੇ ਲਾ ਦਿੱਤਾ। ਆਪਣੀ ਜਾਤੀ ਦਾ, ਆਪਣੇ ਰੁਤਬੇ ਦਾ, ਆਪਣੀ ਚੌਧਰ ਦਾ ਖਿਆਲ ਨਹੀਂ ਕੀਤਾ। ਆਪਣੀ ਪ੍ਰੋਪਰਟੀ, ਜਾਇਦਾਦ, ਘਰ-ਬਾਰ ਸਭ ਕੁਝ ਤਿਆਗ ਦਿੱਤਾ। ਇੱਥੋਂ ਤੱਕ ਵੀ ਆਪਣੀ ਪਤਨੀ ਨੂੰ, ਆਪਣੀ ਬੇਟੀ ਨੂੰ ਵੀ ਗੁਰੂ ਤੋਂ ਕੁਰਬਾਨ ਕੀਤਾ, ਭਾਵ ਗਿਰਵੀ ਰੱਖ ਕੇ ਕੁਝ ਮਾਇਆ ਲੈ ਕੇ ਗੁਰੂ ਦੇ ਲੰਗਰਾਂ 'ਚ ਪਾ ਦਿੱਤੀ। ਭਾਵੇਂ ਉਹ ਗੁਰੂ ਸਾਹਿਬ ਦੀ ਪ੍ਰੀਖਿਆ ਹੀ ਸੀ, ਗੁਰੂ ਸਾਹਿਬ ਇਮਤਿਹਾਨ ਲੈ ਰਹੇ ਸਨ, ਪਰ ਭਾਈ ਮੰਝ ਪਾਸ ਹੋ ਗਿਆ। ਖੁਸ਼ ਹੋ ਕੇ ਗੁਰੂ ਸਾਹਿਬ ਜੀ ਨੇ ਬਚਨ ਕਹੇ ਨੇ, ਮੰਝ ਪਿਆਰਾ ਗੁਰੂ ਨੂੰ ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਏ ਥਾ ਜਗ ਲੰਘਣ ਹਾਰਾ। ਭਾਈ ਮੰਝ ਜੀ ਦੀ ਕਥਾ ਤੋਂ ਬਾਅਦ ਹੋਰ ਗੁਰਸਿੱਖਾਂ ਦੇ ਪ੍ਰਸੰਗ ਵੀ ਆਉਣੇ ਨੇ, ਜੋ ਆਪਾਂ ਸਮੇਂ-ਸਮੇਂ ਸਰਵਣ ਕਰਾਂਗੇ। ਆਓ ਗੁਰੂ ਮਹਾਰਾਜ ਦੀ ਮਰਜ਼ਾਦਾ, ਨਿਤ ਕਿਰਿਆ, ਰਹਿਣੀ ਬਹਿਣੀ ਬਾਰੇ ਸੁਣੀਏ। ਪਿਆਰ ਨਾਲ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ਼੍ਰੀ ਅੰਮ੍ਰਿਤਸਰ ਕੋ ਰਚਤ ਕਮਨੇ ਗੋਇੰਦਵਾਲ। ਮਹਾਰਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਪਾਤਸ਼ਾਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੇਵਾ ਕਰਾ ਰਹੇ ਨੇ। ਸੇਵਾ ਜਾਰੀ ਹੈ, ਸੇਵਾ ਨਹੀਂ ਬੰਦ ਹੋਈ, ਪਰ ਗੁਰੂ ਸਾਹਿਬ ਸੇਵਾ ਦੇ ਵਿੱਚੋਂ ਹੀ ਕੁਝ ਸਮੇਂ ਲਈ ਗੋਇੰਦਵਾਲ ਸਾਹਿਬ ਨੂੰ ਚੱਲੇ ਹਨ। ਖਾਸੇ ਪਰ ਸ਼੍ਰੀ ਪ੍ਰਭ ਚੜੇ। ਮਹਾਰਾਜ ਪਾਲਕੀ ਤੇ ਸਵਾਰ ਹੋਏ ਨੇ। ਗੁਰੂ ਕੇ ਸਿੱਖਾਂ ਨੇ ਪਾਲਕੀ ਮੋਢਿਆਂ ਤੇ ਚੱਕ ਲਈ ਹੈ। ਸੰਗਤ ਸੰਗ ਵਿਸਾਲ। ਨਾਲ ਗੁਰੂ ਕੀ ਸੰਗਤ ਵੀ ਚੱਲ ਪਈ ਹੈ, ਵੀ ਚੱਲ ਕੇ ਗੋਇੰਦਵਾਲ ਸਾਹਿਬ, ਬੌਲੀ ਸਾਹਿਬ ਦੇ ਦਰਸ਼ਨ ਕਰੀਏ, ਚੁਬਾਰਾ ਸਾਹਿਬ ਮੱਥਾ ਟੇਕੀਏ ਤੇ ਗੁਰੂ ਅਮਰਦਾਸ ਜੀ ਦੀਆਂ ਬਖਸ਼ਿਸ਼ਾਂ ਲੈ ਕੇ ਆਈਏ। ਵੱਡਿਆਂ ਦੇ, ਗੁਰੂਆਂ ਦੇ, ਮਹਾਂਪੁਰਸ਼ਾਂ ਦੇ ਅਸਥਾਨਾਂ 'ਤੇ ਉਹਨਾਂ ਦੀ ਕਿਰਪਾ ਵਸਿਆ ਕਰਦੀ ਹੈ। ਇਸ ਗੱਲ ਨੂੰ ਸ਼ਰਧਾਵਾਨ ਗੁਰਸਿੱਖ ਸਮਝਦੇ ਹਨ। ਗੁਰੂ ਅਮਰਦਾਸ ਦੇ ਦਰਬਾਰ 'ਚੋਂ, ਗੋਇੰਦਵਾਲ ਸਾਹਿਬ ਤੋਂ ਬਖਸ਼ਿਸ਼ਾਂ ਲੈਣ ਵਾਸਤੇ ਗੁਰੂ ਦੀਆਂ ਸੰਗਤਾਂ ਚੱਲ ਪਈਆਂ ਹਨ। ਦੇਸ਼ ਵਿਦੇਸ਼ਨ ਸੰਗਤ ਆਵੈ। ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਕੀ ਸੰਗਤ ਆਉਂਦੀ ਸੀ ਅੰਮ੍ਰਿਤਸਰ ਦੇ ਸਰੋਵਰ ਦੀ ਸੇਵਾ ਵਾਸਤੇ। ਦਰਸ਼ਨ ਕਰ ਮਨ ਬਾਂਛਤ ਪਾਵੈ। ਜਿਹੜੇ ਜਿਹੜੇ ਗੁਰੂ ਸਾਹਿਬ ਦੇ ਪਾਵਨ ਸਰੋਵਰ ਦੇ ਦਰਸ਼ਨ ਕਰਦੇ, ਸੇਵਾ ਕਰਦੇ, ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਦੇ, ਉਹ ਜੋ ਮੰਗਦੇ ਉਹ ਮਿਲ ਜਾਂਦਾ। ਮਨ ਬਾਂਛਤ ਫਲ ਮਿਲੇ ਅਚਿੰਤਾ, ਸੁਤੇ ਸਿੱਧੀ ਅਚਿੰਤੇ ਹੀ ਮਨ ਬਾਂਛਤ ਫਲਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਅਨ ਹੈ ਅਨੇਕ ਪ੍ਰਕਾਰ ਅਕੋਰ। ਅਨੇਕ ਪ੍ਰਕਾਰ ਦੀਆਂ ਭੇਟਾਵਾਂ ਗੁਰੂ ਕੇ ਸਿੱਖ ਲੈ ਕੇ ਆਉਂਦੇ ਹਨ। ਧਰ ਕਰ ਬੰਦਤ ਹੈ ਕਰ ਜੋਰ। ਔਰ ਮਹਾਰਾਜ ਦੇ ਚਰਨਾਂ ਦੇ ਵਿੱਚ ਭੇਟਾ ਰੱਖ ਕੇ ਨਮਸਕਾਰਾਂ ਕਰਦੇ ਹਨ, ਮੱਥਾ ਟੇਕਦੇ ਹਨ। ਜਾਮ ਜਾਮਨੀ ਤੇ ਗੁਰ ਜਾਗੈ। ਔਰ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਸਵਾ ਪਹਿਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਉੱਠ ਪੈਂਦੇ ਸਨ। ਇਹ ਨਿਯਮ ਰਿਹਾ ਗੁਰੂ ਸਾਹਿਬਾਂ ਦਾ, ਦਸਾਂ ਹੀ ਪਾਤਸ਼ਾਹੀਆਂ ਦਾ। ਮਹਾਰਾਜ ਅੰਮ੍ਰਿਤ ਵੇਲੇ ਦੀ ਸੰਭਾਲ 'ਤੇ ਬਹੁਤ ਜ਼ੋਰ ਦਿੱਤਾ ਹੈ। ਅੱਜ ਕੱਲ੍ਹ ਅਸੀਂ ਆਲਸੀ ਦਲਿੱਦਰੀ ਲੋਕ
9 ਵਜੇ ਸਵੇਰੇ ਸੁੱਤੇ ਉੱਠਦੇ ਹਾਂ ਅਤੇ ਲੋਕਾਂ ਨੂੰ ਵੀ ਇਹੀ ਕਹਿੰਦੇ ਹਾਂ ਵੀ ਸਵੇਰੇ ਲੇਟ ਉੱਠਿਆ ਕਰੋ। ਸਾਧ ਸੰਗਤ ਜੀ, ਮਹਾਰਾਜ ਦਾ ਹੁਕਮ ਹੈ, ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਧਿਆਵੇ। ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਾਵੇ। ਫਰੀਦਾ ਪਿਛਲ ਰਾਤ ਨਾ ਜਾਗਿਓ, ਜੀਵ ਦੜੋ ਮੋਇਓ ਹੈ। ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਅੰਮ੍ਰਿਤ ਵੇਲੇ ਗੁਰੂ ਸਾਹਿਬ ਜੀ, ਗੁਰੂ ਅਰਜਨ ਦੇਵ ਜੀ ਸਵਾ ਪਹਿਰ ਰਾਤ ਰਹਿੰਦੀ ਉੱਠਦੇ ਹਨ। ਹਾਂਜੀ, ਚਾਰ ਕਰਨ ਅਨੁਰਾਗੈ। ਫਿਰ ਸੋਚਾ ਚਾਰ ਕਿਰਿਆ ਜਿਹੜੀ ਸਰੀਰ ਦੀ ਕਰਦੇ ਹਨ। ਸੀਤਲ ਜਲ ਤੇ ਕਰਹਿ ਇਸ਼ਨਾਨ, ਠੰਡੇ ਪਾਣੀ ਨਾਲ ਫਿਰ ਇਸ਼ਨਾਨ ਕਰਦੇ ਹਨ। ਲਾਏ ਸਮਾਧ ਤਰਹਿ ਔਰ ਧਿਆਨ, ਫਿਰ ਸਮਾਧੀ ਲਾ ਕੇ ਬੈਠ ਜਾਂਦੇ, ਪਰਮੇਸ਼ਰ ਦਾ ਧਿਆਨ ਕਰਦੇ, ਸਿਮਰਨ ਕਰਦੇ ਹਨ। ਨਿਜ ਸਰੂਪ ਮਹਿ ਥਿਰਤਾ ਗਹਿ, ਫਿਰ ਆਪਣੇ ਨਿਜ ਸਰੂਪ ਵਿੱਚ ਬਿਰਤੀ ਟਿਕਾ ਲੈਂਦੇ, ਪਰਮੇਸ਼ਰ ਵਿੱਚ ਸੁਰਤੀ ਜੋੜ ਲੈਂਦੇ ਹਨ। ਪੁੰਨ ਪਾਪ ਜਹ ਲਿਪਤ ਨ ਅਹੈ। ਮਹਾਰਾਜ ਸਾਹਿਬ ਜੀ ਉਸ ਅਵਸਥਾ 'ਚ ਸਮਾਧੀ ਲਾਉਂਦੇ ਹਨ ਜਿਹੜੀ ਨਿਰੰਕਾਰ ਦੀ, ਵਾਹਿਗੁਰੂ ਦੀ ਨਿਰਾਕਾਰ ਸਮਾਧੀ ਹੈ, ਨਿਰਵਿਕਲਪ ਸਮਾਧੀ ਹੈ। ਉਹ ਸਮਾਧੀ ਦੇ ਵਿੱਚ ਨਾ ਪਾਪ ਹੈ, ਨਾ ਪੁੰਨ ਹੈ, ਨਾ ਹਰਖ ਹੈ, ਨਾ ਸੋਗ ਹੈ। ਦੁਈ ਦਵਾਇਤੀ ਕੋਈ ਨਹੀਂ ਉੱਥੇ। ਜਬ ਅਕਾਰਿਓ ਕਛ ਨਾ ਦ੍ਰਿਸ਼ਟੇਤਾ, ਜਦੋਂ ਇਹ ਸੰਸਾਰ ਦਾ ਪਸਾਰਾ ਦਿਸਦਾ ਹੀ ਨਹੀਂ, ਇੱਕ ਰਸ ਬਿਰਤੀ ਇੱਕ ਮਿਕ ਅਕਾਲ ਪੁਰਖ ਵਿੱਚ ਲੀਨ ਹੋ ਜਾਂਦੀ ਹੈ। ਦ੍ਰਿਸ਼ਟਾ ਔਰ ਦ੍ਰਿਸ਼ ਔਰ ਦ੍ਰਿਸ਼ਟੀ ਇਹ ਤਿੰਨੇ ਇੱਕ ਰੂਪ ਹੋ ਜਾਂਦੇ ਹਨ। ਹਾਂਜੀ, ਚੇਤਨ ਸੁਧ ਅਖੰਡ ਆਨੰਦ। ਉਹ ਅਵਸਥਾ ਕਿਹੜੀ ਹੈ? ਸ਼ੁੱਧ ਚੇਤਨ, ਸਤ ਚਿਤ, ਆਨੰਦ ਸਰੂਪ ਅਵਸਥਾ ਹੈ। ਇੱਕ ਰਸ ਆਤਮ ਸਦਾ ਮੁਕੰਦ। ਇੱਕ ਰਸ ਲਗਾਤਾਰ ਤੇਲ ਦੀ ਧਾਰਾਵਤ ਅਖੰਡ ਬਿਰਤੀ ਬ੍ਰਹਮ ਦੀ। ਸਾਧ ਸੰਗਤ ਜੀ, ਇਹ ਕਥਾ ਵਿੱਚ ਹੁਣ ਬੋਲਣਾ ਪੈਂਦਾ ਹੈ, ਪਰ ਇਹ ਅਵਸਥਾ ਜਿਹੜੀ ਹੈ ਇਹ ਸਾਨੂੰ ਪਤਾ ਨਹੀਂ ਕੀ ਹੈ, ਅਤੇ ਜਿਨ੍ਹਾਂ ਨੂੰ ਪਤਾ ਹੈ ਉਹ ਦੱਸ ਨਹੀਂ ਸਕਦੇ, ਅਤੇ ਅਸੀਂ ਜਿਹੜੇ ਦੱਸਣ ਵਾਲੇ ਹਾਂ ਸਾਨੂੰ ਪਤਾ ਨਹੀਂ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਜਿਨ੍ਹਾਂ ਨੇ ਗੁੜ ਖਾਧਾ ਗੂੰਗਿਆਂ ਨੇ, ਉਹ ਤਾਂ ਖਾ ਕੇ ਮੁਸਕਰਾ ਪਏ ਹਨ। ਹਰ ਗੁਣ ਕਹਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਉਹ ਇੱਕ ਰਸ ਅਖੰਡ ਬਿਰਤੀ ਆਪਣੇ ਆਪ ਵਿੱਚ ਲੀਨ ਹੋ ਜਾਣਾ, ਦਵੈਤ ਭਾਵ ਖਤਮ ਹੋ ਜਾਣਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਤੇਰੇ ਵਿੱਚ ਤੇ ਮੇਰੇ ਵਿੱਚ, ਮੇਰੇ 'ਚ ਤੇ ਤੇਰੇ 'ਚ ਕੋਈ ਫਰਕ ਹੀ ਨਹੀਂ ਰਿਹਾ। ਕਨਕ ਕਟਕ ਜਲ ਤਰੰਗ ਜੈਸਾ। ਸੋਨਾ ਔਰ ਸੋਨੇ ਦੇ ਕੜੇ ਇੱਕੋ ਹੀ ਰੂਪ ਹਨ। ਪਾਣੀ ਔਰ ਪਾਣੀ ਦੀਆਂ ਲਹਿਰਾਂ, ਪਾਣੀ ਦੀਆਂ ਬੂੰਦਾਂ ਪਾਣੀ ਹੀ ਹਨ। ਆਤਮਾ ਅਤੇ ਪਰਮਾਤਮਾ ਇੱਕੋ ਰੂਪ ਹੈ। ਇਹ ਸਮਾਧੀ ਬ੍ਰਹਮ ਗਿਆਨੀ ਦੀ ਹੁੰਦੀ ਹੈ। ਸੁਖਮਣੀ ਸਾਹਿਬ ਦੀ 21ਵੀਂ ਅਸ਼ਟਪਦੀ ਇਸੇ ਸਮਾਧੀ ਦੀ ਵਿਆਖਿਆ ਹੈ। ਪੰਜਵੇਂ ਪਾਤਸ਼ਾਹ ਨੇ ਜੋ ਫੀਲ ਕੀਤਾ ਹੈ ਉਹ 21ਵੀਂ ਅਸ਼ਟਪਦੀ 'ਚ ਦੱਸ ਦਿੱਤਾ ਹੈ। ਨਿਰਗੁਣ ਸਰਗੁਣ ਨਿਰੰਕਾਰ, ਸਰਗੁਣ ਨਿਰਗੁਣ ਨਿਰੰਕਾਰ, ਸੁਨ ਸਮਾਧੀ ਆਪ। ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਆਪਣਾ ਜਾਪ ਆਪ ਹੀ ਜਪ ਰਹੇ। ਆਪੇ ਜਪੋ ਆਪਣਾ ਜਾਪ। ਆਪਣੀ ਹੀ ਪੂਜਾ, ਆਪਣਾ ਹੀ ਚਿੰਤਨ, ਆਪਣਾ ਹੀ ਧਿਆਨ, ਆਪਣਾ ਹੀ ਜਾਪ, ਆਪ ਹੀ ਜਪਣਾ। ਇਹ ਕਿੱਥੇ ਦੀ ਗੱਲ ਹੈ? ਅਸੀਂ ਕਲਯੁਗੀ ਵਿਸ਼ੇ ਵਿਕਾਰਾਂ ਵਿੱਚ ਫਸੇ, ਦੁਬਿਧਾ ਦਵੈਤ ਵਿੱਚ ਫਸੇ ਹੋਏ ਜੀਵ ਨਹੀਂ ਜਾਣਦੇ। ਸਤਿਗੁਰੂ ਮਹਾਰਾਜ ਕਿਰਪਾ ਕਰ ਦੇਣ ਤਾਂ ਇਸ ਅਵਸਥਾ ਦਾ ਪਤਾ ਲੱਗਦਾ ਹੈ। ਧੰਨ ਹਨ ਬ੍ਰਹਮ ਗਿਆਨੀ ਭਾਈ ਰਾਮ ਕੋਇਲ ਸਾਹਿਬ ਜੀ, ਜਿਨ੍ਹਾਂ ਨੇ ਇਸ ਅਵਸਥਾ ਦਾ ਜ਼ਿਕਰ ਕੀਤਾ। ਅਤੇ ਅੱਗੇ ਧੰਨ ਹਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਹੜੇ ਇਸ ਅਵਸਥਾ ਦੇ ਜਾਣੂ ਸਨ। ਉਹਨਾਂ ਨੇ ਗੁਰਪ੍ਰਤਾਪ ਸੂਰਜ ਵਿੱਚ ਇਹ ਕਥਾ ਲਿਖੀ ਹੈ। ਗੁਰਪ੍ਰਤਾਪ ਸੂਰਜ ਗ੍ਰੰਥ ਲਿਖ ਦੇਣਾ ਸਾਧ ਸੰਗਤ ਜੀ ਖਾਲਾ ਜੀ ਦਾ ਵਾੜਾ ਨਹੀਂ ਹੈ। ਇਹ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਅਵਤਾਰੀ ਪੁਰਸ਼ ਸਨ। ਬੜਾ ਵਿਸ਼ਾਲ ਅਨੁਭਵ ਸੀ ਉਹਨਾਂ ਦੇ ਕੋਲ, ਗੁਰੂ ਦੀ ਕਿਰਪਾ ਨਾਲ ਸੀ। ਇਹ ਗੱਲਾਂ
ਬਣਾਇਆ ਨਹੀਂ ਬਣਦੀਆਂ, ਵਾਹਿਗੁਰੂ ਦੀ ਕਿਰਪਾ ਨਾਲ ਬਣਦੀਆਂ ਹਨ। ਆਪ ਹੀ ਪਰਮੇਸ਼ਰ ਕਰਦਾ ਹੈ। ਸੋ ਗੁਰੂ ਅਰਜਨ ਦੇਵ ਜੀ ਕਿੱਥੇ ਅੰਦਰਲੀ ਅਵਸਥਾ 'ਚ ਬੈਠੇ ਨੇ। ਭਾਈ ਸਾਹਿਬ ਜੀ ਲਿਖ ਰਹੇ ਨੇ ਕਿ ਸ਼ੁੱਧ ਇੱਕ ਰਸ ਅਖੰਡ ਤੇਲ ਦੀ ਧਾਰਾਵਤ ਸੁਰਤੀ ਜੁੜ ਚੁੱਕੀ ਬ੍ਰਹਮ ਦੇ ਵਿੱਚ ਅਭੇਦ ਹਨ। ਭਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਹਾਂਜੀ, ਆਸਾ ਵਾਰ ਰਬਾਬੀ ਗਾਵਹਿ। ਆਸਾ ਜੀ ਦੀ ਵਾਰ ਦਾ ਕੀਰਤਨ ਰਬਾਬੀ ਸਿੱਖ ਕੀਰਤਨੀਏ ਭਾਈ ਸੱਤਾ ਜੀ, ਭਾਈ ਬਲਵੰਡ ਜੀ ਕਰਦੇ ਹਨ। ਸੰਗਤ ਸੁਨਹਿ ਕਲੂਖ ਨਸਾਵਹਿ। ਗੁਰੂ ਕੀ ਸੰਗਤ ਬਹਿ ਕੇ ਕੀਰਤਨ ਸੁਣਦੀ ਹੈ ਤੇ ਜਿਉਂ-ਜਿਉਂ ਬਾਣੀ ਦਾ ਕੀਰਤਨ ਹੁੰਦਾ ਹੈ, ਅੰਮ੍ਰਿਤ ਵੇਲੇ ਆਸਾ ਰਾਗ, ਭੈਰਵੀਂ ਅਤੇ ਹੋਰ ਸੋਹਣੇ ਅੰਮ੍ਰਿਤ ਵੇਲੇ ਦੇ ਰਾਗ ਅਲਾਪੇ ਜਾਂਦੇ ਹਨ ਤੇ ਸੰਗਤਾਂ ਮੰਤਰ ਮੁਗਧ ਹੋ ਜਾਂਦੀਆਂ ਨੇ। ਸਾਰਿਆਂ ਦਾ ਮਨ ਜੁੜ ਜਾਂਦਾ ਹੈ। ਅਨਕ ਭਾਂਤ ਕੇ ਸੁੰਦਰ ਰਾਗ। ਬੜੇ ਬੜੇ ਸੋਹਣੇ ਮਨ ਮੋਹਣੇ ਸੁੰਦਰ ਰਾਗ ਗੁਰੂ ਕੇ ਸਿੱਖ ਰਾਗੀ ਕੀਰਤਨੀਏ ਗਾਉਂਦੇ ਹਨ। ਮਿਲ ਬੈਠਤ ਸਿੱਖ ਜਿਨ ਬੜ ਭਾਗ। ਤੇ ਗੁਰੂ ਕੇ ਸਿੱਖ ਸੁਣਨ ਵਾਲੇ ਵੀ ਰਾਗ ਦੇ ਪ੍ਰੇਮੀ ਹਨ, ਗੁਰਬਾਣੀ ਦੇ ਪ੍ਰੇਮੀ ਹਨ। ਉਹ ਚੌਂਕੜੇ ਮਾਰ ਕੇ ਸਾਵਧਾਨ ਹੋ ਕੇ ਦੀਵਾਨ 'ਚ ਬੈਠ ਜਾਂਦੇ ਨੇ। ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਗੁਰੂ ਮਹਾਰਾਜ ਦੀਆਂ ਸੰਗਤਾਂ ਸੁਣਦੀਆਂ ਹਨ। ਪ੍ਰਭ ਸੋ ਰਾਗ ਵਿਸ਼ੈ ਵੈਰਾਗ। ਇਹ ਰਾਗ ਕੀਰਤਨ ਸੁਣਨ ਨਾਲ ਕੀ ਹੁੰਦਾ ਹੈ? ਕਿਉਂਕਿ ਜਿਹੜੇ ਕੰਮ ਦਾ ਫਾਇਦਾ ਨਾ ਹੋਵੇ ਉਹ ਕੰਮ ਕਰਦਾ ਹੀ ਕੋਈ ਨਹੀਂ। ਬਿਨਾਂ ਪ੍ਰਯੋਜਨ ਬੰਦੋ ਬਿਨਾ ਪ੍ਰਵਿਰਤ ਤੇ, ਬਿਨਾਂ ਪ੍ਰਯੋਜਨ ਤੇ ਮੂਰਖ ਵੀ ਕੋਈ ਕੰਮ ਨਹੀਂ ਕਰਦਾ। ਕੀਰਤਨ ਸੁਣਨ ਦਾ, ਗੁਰਬਾਣੀ ਸੁਣਨ ਦਾ, ਰਾਗ ਸੁਣਨ ਦਾ ਕੀ ਫਾਇਦਾ ਹੈ? ਕਹਿੰਦੇ ਪਰਮੇਸ਼ਰ ਨਾਲ ਰਾਗ ਪੈਦਾ ਹੁੰਦਾ। ਸਾਧ ਸੰਗਤ ਜੀ, ਰਾਗ ਕਹਿੰਦੇ ਨੇ ਪ੍ਰੇਮ ਨੂੰ। ਰਾਗ ਨਾਮ ਪ੍ਰੇਮ ਦਾ ਹੈ। ਰਾਗ ਨਾਮ ਜਿਹੜਾ ਆਪਾਂ ਕੀਰਤਨ ਕਰਦੇ ਹਾਂ ਰਾਗਾਂ ਵਿੱਚ, ਇਹਦਾ ਮਤਲਬ ਵੀ ਪ੍ਰੇਮ ਨਾਲ ਗਾਣਾ। ਜਦੋਂ ਪ੍ਰੇਮ ਹੁੰਦਾ ਤਾਂ ਹੀ ਰਾਗ ਗਾਇਆ ਜਾਂਦਾ। ਜਦੋਂ ਮਨ ਦੇ ਵਿੱਚ ਪ੍ਰੇਮ ਨਾ ਹੋਵੇ ਰਾਗ ਵੀ ਨਹੀਂ ਉਪਜਦਾ। ਰਾਗ ਉਦੋਂ ਹੀ ਆਉਂਦਾ ਜਦੋਂ ਪ੍ਰੇਮ ਹੋਵੇ। ਸੋ ਰਾਗ ਨਾਮ ਪ੍ਰੇਮ ਦਾ ਹੈ। ਪਰਮੇਸ਼ਰ ਦੇ ਨਾਲ ਪ੍ਰੇਮ ਪੈਦਾ ਹੁੰਦਾ ਹੈ ਤੇ ਵਿਸ਼ਿਆਂ ਵੱਲੋਂ ਵੈਰਾਗ ਪੈਦਾ ਹੁੰਦਾ ਹੈ। ਸੰਸਾਰ ਦੇ ਜਿਹੜੇ ਵਿਸ਼ੇ ਹਨ ਉਹਨਾਂ ਵੱਲੋਂ ਮੋਹ ਟੁੱਟ ਜਾਂਦਾ ਹੈ। ਕੀਰਤਨ ਸੁਣ ਕੇ ਦੁਨੀਆ ਝੂਠੀ ਤੇ ਪਰਮਾਤਮਾ ਸੱਚਾ ਨਜ਼ਰ ਆਉਂਦਾ ਹੈ। ਹਾਂਜੀ, ਉਪਜਹਿ ਚਿਤ ਮਹਿ ਭਗਤੀ ਲਾਗ। ਔਰ ਮਨ 'ਚ ਪ੍ਰੇਮ ਭਾਵਨਾ, ਸ਼ਰਧਾ, ਭਗਤੀ ਜਾਗ ਪੈਂਦੀ ਹੈ। ਕੀਰਤਨ ਸੁਣਨ ਦੇ ਬੜੇ ਹੀ ਲਾਭ ਹਨ। ਕੀਰਤਨ ਸੁਣਨਾ ਚਾਹੀਦਾ। ਅੱਜ ਕੱਲ੍ਹ ਤਾਂ ਦੇਖੋ ਸਾਧ ਸੰਗਤ ਜੀ, ਹਰਿਮੰਦਰ ਸਾਹਿਬ ਤੋਂ ਲਾਈਵ ਕੀਰਤਨ ਆ ਰਿਹਾ। ਤੁਹਾਡੀ ਜੇਬ ਦੇ ਵਿੱਚ ਹੀ ਮੋਬਾਈਲ ਹੈ। ਆਪਾਂ ਹੋਰ ਸਾਰਾ ਦਿਨ WhatsApp 'ਤੇ ਸੁਣੀ ਜਾਂਦੇ ਹਾਂ ਲੋਕਾਂ ਦੇ ਝੂਠ ਸੱਚ। ਕੀਰਤਨ ਨਹੀਂ ਆਪਾਂ ਸੁਣਦੇ। ਕੀਰਤਨ ਸੁਣੀਏ ਤੇ ਮਨ ਨੂੰ ਸ਼ਾਂਤੀ ਮਿਲਦੀ ਹੈ, ਤੇ ਜੇ ਆਹ ਗੱਲਾਂ ਝੂਠੀਆਂ ਸੱਚੀਆਂ ਸੁਣਨ ਮਨ ਭਟਕਦਾ ਹੈ। ਤਾਂ ਕੀਰਤਨ ਸੁਣਨਾ ਚਾਹੀਦਾ ਵੱਧ ਤੋਂ ਵੱਧ ਤੋਂ ਵੱਧ। ਸਾਰਾ ਦਿਨ ਤੁਸੀਂ ਕੀਰਤਨ ਸੁਣ ਸਕਦੇ ਹੋ। ਹੁਣ ਮਹਾਰਾਜ ਨੇ ਇੰਨੀ ਕਿਰਪਾ ਕੀਤੀ ਹੈ, ਸਾਰਾ ਦਿਨ ਰਾਤ ਲਗਾਤਾਰ ਕੀਰਤਨ ਸੁਣ ਸਕਦੇ ਹੋ। 24 ਘੰਟੇ ਤੁਸੀਂ ਕੀਰਤਨ ਸੁਣ ਸਕਦੇ ਹੋ। ਇਹਨਾਂ ਮੋਬਾਇਲਾਂ ਦੇ ਵਿੱਚ, ਸਾਡੀਆਂ ਜੇਬਾਂ ਵਿੱਚ ਹੀ ਕੀਰਤਨ ਇੰਨਾ ਪਿਆ ਹੋਇਆ। ਤੇ ਉਹ ਵੀ ਸਿੱਖ ਸਨ ਜਿਹੜੇ ਟਾਈਮ ਕੱਢ ਕੇ ਗੁਰੂ ਘਰ ਜਾਂਦੇ ਸੀ, ਕੀਰਤਨ ਸੁਣਦੇ ਸੀ। ਵੈਸੇ ਤਾਂ ਆਨੰਦ ਤਾਂ ਹੈ ਗੁਰੂ ਕੇ ਚਰਨਾਂ 'ਚ ਬੈਠ ਕੇ ਗੁਰਬਾਣੀ ਦਾ ਕੀਰਤਨ ਸੁਣੀਏ, ਪਹਿਲਾਂ ਤਾਂ ਉਹੀ ਹੈ। ਪਰ ਜੇ ਆਪਾਂ ਕੰਮ ਕਾਰ ਕਰਦਿਆਂ ਵੀ ਦੁਨਿਆਵੀ ਘਰਾਂ ਵਿੱਚ ਬੈਠੇ ਹਾਂ ਤੇ ਉੱਥੇ ਵੀ ਕੀਰਤਨ ਸੁਣੀਏ, ਫਾਇਦਾ ਉਹਦਾ ਵੀ ਹੁੰਦਾ। ਸੁਰਤੀ ਉਹਦੇ ਨਾਲ ਵੀ ਨਿਰਮਲ ਹੁੰਦੀ। ਹੁਣ ਹਰ ਬੰਦਾ ਕੰਮ ਕਾਰ ਨਹੀਂ ਛੱਡ ਸਕਦਾ। ਸਾਰੇ ਕੰਮ ਛੱਡ ਕੇ ਬਹਿ ਜਾਈਏ ਤੇ ਦੁਨਿਆਵੀ ਗੁਜ਼ਾਰਾ ਵੀ ਨਹੀਂ ਚੱਲਣਾ। ਉਹ ਵੀ ਮਹਾਰਾਜ ਨੇ ਕਿਹਾ ਕਿਰਤ ਕਰੋ। ਕਿਰਤ ਵੀ ਕਰਨੀ ਹੈ ਤੇ ਕੀਰਤਨ ਵੀ ਸੁਣਨਾ। ਤੇ ਸਾਧ ਸੰਗਤ ਜੀ, ਉਸ ਵੇਲੇ ਸਿੱਖ ਕੀਰਤਨ ਸੁਣਦੇ ਤੇ ਪ੍ਰਮਾਤਮਾ ਦਾ ਹੀ ਰੂਪ ਹੋ ਜਾਂਦੇ ਹਨ। ਹਾਂਜੀ, ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ। ਅੰਮ੍ਰਿਤ ਵਰਗਾ ਹੈ ਅੰਮ੍ਰਿਤ ਵੇਲਾ। ਅੰਮ੍ਰਿਤ ਕਾਲ, ਅੰਮ੍ਰਿਤ ਵੇਲਾ। ਜਦੋਂ ਅੰਮ੍ਰਿਤ ਵੇਲੇ 4 ਵਜੇ, ਪੌਣੇ 4 ਵਜੇ ਸ੍ਰੀ ਹਰਿਮੰਦਰ ਸਾਹਿਬ ਕੀਰਤਨ ਆਸਾ ਦੀ ਵਾਰ ਦਾ ਸ਼ੁਰੂ ਹੁੰਦਾ। ਉਸ ਤੋਂ ਪਹਿਲਾਂ 2:30 ਵਜੇ ਤ੍ਰਿਪਹਿਰੇ ਦੀ ਚੌਂਕੀ ਸ਼ੁਰੂ ਹੁੰਦੀ ਹੈ। ਕਦੀ ਹਰਿਮੰਦਰ ਸਾਹਿਬ ਉਸ ਵੇਲੇ ਜਾਓ ਸਾਧ ਸੰਗਤ ਜੀ। ਲੋਕ ਜਾਂਦੇ ਵੀ ਹਨ ਅੰਮ੍ਰਿਤਸਰ, ਤਾਂ ਉੱਥੇ ਕਮਰਾ ਲੈ ਕੇ ਨਾ ਸਰਾਂ ਦੇ ਵਿੱਚ ਤੇ ਸੌਣ ਦੀ ਕਰਦੇ ਹਨ। ਕਮਰਾ ਲੱਭਣਗੇ ਜਾ ਕੇ ਵੀ ਸਾਨੂੰ ਕਮਰਾ ਮਿਲੇ, ਇਹ ਤੇ ਏਸੀ ਕਮਰਾ ਹੋਵੇ।
ਵਧੀਆ ਕਮਰਾ ਹੋਵੇ, ਸੌਂ ਜਾਈਏ ਬਸ। ਤੇ ਸਵੇਰੇ 9 ਵਜੇ ਉੱਠੇ ਤੇ ਚਾਹ ਪਾਣੀ ਪੀ ਕੇ ਤੇ ਨਹਾ ਕੇ ਤੇ ਸਰੋਵਰ ਤੇ ਜਾ ਕੇ, ਭਾਵੇਂ ਕਿਸੇ ਨੇ ਕਈ ਇਸ਼ਨਾਨ ਕਰਦੇ, ਕਈ ਉੱਦਾਂ ਹੀ ਮੱਥਾ ਟੇਕ ਲੈਂਦੇ। ਤੋ ਭਾਈ ਜਿਹੜੀ ਮਰਜ਼ਾਦਾ ਇਹ ਹੈ ਵੀ ਅੰਮ੍ਰਿਤ ਵੇਲੇ ਲਗਭਗ 1 ਵਜੇ ਤਾਂ ਇਸ਼ਨਾਨ ਕਰੇ, ਉੱਥੇ ਇਸ਼ਨਾਨ ਕਰਕੇ ਨਿਤਨੇਮ ਕਰੇ, ਤ੍ਰਿਪਹਿਰੇ ਦੀ ਚੌਂਕੀ ਸ਼ੁਰੂ ਹੁੰਦੀ, ਫਿਰ ਸੁਣੇ, ਫਿਰ ਕੀਰਤਨ ਸੁਣਿਆ, ਪਹਿਲਾਂ ਤ੍ਰਿਪਹਿਰੇ ਦੀ ਚੌਂਕੀ ਦਾ, ਫਿਰ ਆਸਾ ਦੀ ਵਾਰ ਦਾ, ਫਿਰ ਸੁਣੀ ਜਾਵੇ ਜਿੰਨਾ ਬਲ ਪੈਂਦਾ ਵੱਧ ਤੋਂ ਵੱਧ, ਫਿਰ ਆਨੰਦ ਬਣਦਾ, ਫਿਰ ਸੁਰਤੀ ਜਾਗਦੀ ਹੈ। ਇੰਨੇ ਜਨਮਾਂ ਜਨਮਾਂ ਦੀ ਮੈਲ ਲੱਗੀ, ਇੱਕਦਮ ਥੋੜ੍ਹਾ ਉਤਰਨੀ ਹੈ। ਤਾਂ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ, ਅੰਮ੍ਰਿਤ ਕੇ ਸਮ ਅੰਮ੍ਰਿਤ ਕਾਲ, ਅੰਮ੍ਰਿਤ ਦੇ ਸਮਾਨ ਅੰਮ੍ਰਿਤ ਵੇਲਾ ਹੈ। ਹਾਂਜੀ, ਸੁਣ ਸੁਣ ਗੁਰ ਕੇ ਸ਼ਬਦ ਨਿਹਾਲ, ਗੁਰੂ ਕੇ ਸ਼ਬਦ ਸੁਣ ਸੁਣ ਕੇ, ਬਾਣੀ ਸੁਣ ਸੁਣ ਕੇ ਸਿੱਖ ਨਿਹਾਲ ਨਿਹਾਲ ਹੋਈ ਜਾਂਦੇ। ਹਾਂਜੀ, ਹੋਰ ਹੋਤ ਸ਼੍ਰੀ ਅਰਜਨ ਨਾਥ, ਸਵੇਰੇ ਅੰਮ੍ਰਿਤ ਵੇਲੇ ਸਵੇਰ ਹੁੰਦਿਆਂ ਸਾਰ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ, ਹਾਂਜੀ, ਕੰਮ ਚੰਦਨ ਤਿਲਕ ਸੋ ਮਾਤ, ਉਸ ਵੇਲੇ ਚੰਦਨ ਕੇਸਰ ਦਾ ਤਿਲਕ ਲਾ ਕਰਕੇ ਆਉਂਦੇ ਹਨ। ਹਾਂਜੀ, ਸੂਖਮ ਸੇਤ ਵਸਤਰ ਤਨ ਧਰੈ, ਔਰ ਸੂਖਮ ਚਿੱਟੇ ਰੰਗ ਦੇ ਸਾਧ ਸੰਗਤ ਜੀ, ਸੋਹਣੇ ਚਿੱਟੇ ਬਰੀਕ ਕੱਪੜੇ ਦੇ ਚੋਲੇ ਪਾਏ ਹੁੰਦੇ ਸੱਚੇ ਪਾਤਸ਼ਾਹ ਜੀ ਨੇ। ਹਾਂਜੀ, ਬੈਠ ਬਹਿਰ ਸਿੱਖਨ ਅਗ ਹਰੈ, ਔਰ ਦੀਵਾਨ 'ਚ ਆ ਕੇ ਬੈਠ ਜਾਂਦੇ ਹਨ ਤੇ ਸਿੱਖਾਂ ਨੂੰ ਦਰਸ਼ਨ ਦਿੰਦੇ ਹਨ। ਜਿਹੜਾ ਜਿਹੜਾ ਗੁਰਮੁਖ ਸਿੱਖ ਦਰਸ਼ਨ ਕਰਦਾ ਹੈ ਉਹਦੇ ਪਾਪ ਕੱਟੇ ਜਾਂਦੇ ਹਨ। ਹਾਂਜੀ, ਜਥਾ ਉਦੈ ਹੋਏ ਰੱਬ ਭਗਵਾਨ, ਜਿਵੇਂ ਸਾਧ ਸੰਗਤ ਜੀ ਸੂਰਜ ਚੜ੍ਹਦਾ ਹੈ, ਹਾਂਜੀ, ਕਰਹਿ ਪੁਨੀਤ ਸਬੋਧ ਜਹਾਨ, ਤੇ ਉਹ ਦੁਨੀਆ ਨੂੰ ਹਨੇਰੇ ਤੋਂ ਦੂਰ ਕਰਦਾ ਹੈ। ਸੂਰਜ ਚੜ੍ਹਨ ਦੇ ਨਾਲ ਕੀ ਹੁੰਦਾ, ਜਿਵੇਂ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ, ਉਗਵੈ ਸੂਰ ਅਸੁਰ ਸੰਘਾਰ ਹੈ। ਸੂਰਜ ਚੜ੍ਹਦਾ ਰਾਖਸ਼ਾਂ ਨੂੰ ਮਾਰਦਾ ਹੈ। ਤੁਸੀਂ ਕਹੋਗੇ ਇਹ ਰਾਖਸ਼ ਕਿਹੜੇ ਨੇ ਜਿਹਨਾਂ ਨੂੰ ਮਾਰਦਾ? ਰਾਖਸ਼ ਸਾਡੇ ਅੰਦਰ ਹੀ ਨੇ। ਆਲਸ, ਦਲਿੱਦਰ, ਚੋਰੀ, ਯਾਰੀ, ਠੱਗੀ, ਬੇਈਮਾਨੀ, ਇਹ ਰਾਖਸ਼ੀ ਨੇ ਸਾਧ ਸੰਗਤ। ਚੋਰੀਆਂ ਯਾਰੀਆਂ ਰਾਤ ਨੂੰ ਹੁੰਦੀਆਂ ਹਨੇਰੇ ਵਿੱਚ। ਜਦੋਂ ਸੂਰਜ ਚੜ੍ਹਦਾ ਉਸ ਵੇਲੇ ਲੋਕ ਜਿਹੜੇ ਨੇ ਉਹ ਸਵੇਰੇ ਉੱਠਦੇ ਨੇ, ਮਾੜੀਆਂ ਚੀਜ਼ਾਂ ਦੂਰ ਹੁੰਦੀਆਂ ਨੇ ਅਤੇ ਚੰਗੀਆਂ ਨੂੰ ਆਪਾਂ ਗ੍ਰਹਿਣ ਕਰਦੇ ਹਾਂ। ਸਮਝਦਾਰ ਇਹਨਾਂ ਗੱਲਾਂ ਨੂੰ ਸਮਝਦੇ ਹਨ। ਇਸੇ ਤਰ੍ਹਾਂ ਗੁਰੂ ਗਿਆਨ ਦਾ ਸੂਰਜ ਚੜ੍ਹਦਾ ਹੈ। ਜਿਵੇਂ ਬਾਹਰ ਸੂਰਜ ਚੜ੍ਹਨ ਦੇ ਨਾਲ ਚੋਰ ਯਾਰ ਠੱਗ ਲੁਕ ਜਾਂਦੇ ਨੇ, ਗੁਰੂ ਦਾ ਗਿਆਨ ਚੜ੍ਹਨ ਦੇ ਨਾਲ, ਗੁਰੂ ਗਿਆਨ ਦਾ ਪ੍ਰਕਾਸ਼ ਹੋਣ ਦੇ ਨਾਲ ਕਾਮ, ਕ੍ਰੋਧ, ਲੋਭ, ਮੋਹ, ਇਹ ਜਿਹੜੇ ਚੋਰ ਨੇ ਇਹ ਦੱਬ ਜਾਂਦੇ ਨੇ। ਜਦੋਂ ਗੁਰਬਾਣੀ ਦਾ ਜ਼ੋਰ ਪੈਂਦਾ, ਗੁਰਬਾਣੀ ਦਾ ਪ੍ਰਕਾਸ਼ ਹੁੰਦਾ ਹੈ ਤਾਂ ਸਾਡੇ ਅੰਦਰ ਦੇ ਪਾਪ ਕੰਬ ਜਾਂਦੇ ਨੇ। ਹਾਂਜੀ, ਤਥਾ ਗੁਰੂ ਅਰਜਨ ਹੋਏ ਜਾਹਰ, ਇੱਦਾਂ ਗੁਰੂ ਅਰਜਨ ਦੇਵ ਜੀ ਜਾਰ ਜੂਰ ਜੋਤਾਂ ਦੇ ਮਾਲਕ ਸੱਚੇ ਪਾਤਸ਼ਾਹ, ਜਾਗਦੀ ਜੋਤ ਪਰਮੇਸ਼ਰ ਦੀ, ਗਿਆਨ ਦੇ ਸੂਰਜ ਜਦੋਂ ਸੰਗਤਾਂ 'ਚ ਬੈਠਦੇ ਨੇ ਤੇ ਸੰਗਤਾਂ ਦੇ ਹਿਰਦੇ ਦਾ ਹਨੇਰਾ ਦੂਰ ਕਰ ਦਿੰਦੇ ਨੇ। ਹਾਂਜੀ, ਦਰਸ਼ਨ ਸਾਂਤ ਦਿਖਾਵਹਿ ਬਾਹਰ, ਮਹਾਰਾਜ ਸੱਚੇ ਪਾਤਸ਼ਾਹ ਸੰਗਤਾਂ ਨੂੰ ਦਰਸ਼ਨ ਦਿੰਦੇ ਨੇ। ਦਰਸ਼ਨ ਕਰਕੇ ਸ਼ਾਂਤੀ ਆ ਜਾਂਦੀ ਹੈ ਸੰਗਤਾਂ ਨੂੰ। ਹਾਂਜੀ, ਗਿਆਨ ਸ਼ਬਦ ਕੋ ਮਹਿਦ ਪ੍ਰਕਾਸ਼ੈ, ਮਹਾਰਾਜ ਗਿਆਨ ਦਾ ਦੀਵਾ ਬਾਲਦੇ ਨੇ, ਗਿਆਨ ਸ਼ਬਦ ਦਾ ਪ੍ਰਕਾਸ਼ ਕਰਦੇ ਨੇ। ਹਾਂਜੀ, ਏਖ ਪੰਕਜ ਗਨ ਦਾਸ ਬਿਗਾਸੈ, ਸਾਧ ਸੰਗਤ ਜੀ ਜਿਵੇਂ ਕਮਲ ਦੇ ਫੁੱਲ ਸੂਰਜ ਨੂੰ ਵੇਖ ਕੇ ਖਿੜ ਜਾਂਦੇ ਨੇ, ਇੱਦਾਂ ਗੁਰੂ ਸਾਹਿਬ ਨੂੰ ਵੇਖ ਕੇ ਸਿੱਖਾਂ ਦੇ ਹਿਰਦੇ ਖਿੜ ਜਾਂਦੇ ਨੇ। ਹਾਂਜੀ, ਕਪਟ ਪਾਪ ਤਮ ਦੂਰ ਬਿਲਾਏ, ਜਿਵੇਂ ਸੂਰਜ ਦੇ ਚੜ੍ਹਨ ਨਾਲ ਹਨੇਰਾ ਦੂਰ ਹੋ ਜਾਂਦਾ ਹੈ, ਇਵੇਂ ਗੁਰੂ ਅਰਜਨ ਦੇਵ ਜੀ ਦੀ ਕਿਰਪਾ ਨਾਲ ਸਿੱਖਾਂ ਦੇ ਮਨ 'ਚੋਂ ਕਪਟ, ਛਲ, ਬੇਈਮਾਨੀ, ਧੋਖਾਧੜੀ, ਪਾਪ ਸਾਰੇ ਨਿਕਲ ਜਾਂਦੇ ਨੇ। ਹਾਂਜੀ, ਸੰਤ ਮਦਪ ਅਤਸ਼ੈ ਹਰ ਖਾਏ, ਜਿਵੇਂ ਸਾਧ ਸੰਗਤ ਜੀ ਕਮਲ ਦਾ ਫੁੱਲ ਖਿੜਦਾ ਤੇ ਉੱਤੇ ਭੌਰੇ ਆ ਜਾਂਦੇ ਨੇ, ਇਹਦਾ ਸੰਤ ਜਨ ਗੁਰੂ ਚਰਨਾਂ ਦੀ ਸੁਗੰਧੀ ਲੈਣ ਲਈ ਆ ਜਾਂਦੇ ਨੇ। ਹਾਂਜੀ, ਜਾਮ ਦਿਵਸ ਲਗ ਦੇ ਉਪਦੇਸ਼, ਸ਼ਾਮ ਸਵੇਰ ਤੋਂ ਅੰਮ੍ਰਿਤ ਵੇਲੇ ਤੋਂ ਸੂਰਜ ਚੜ੍ਹਨ ਤੋਂ ਮਹਾਰਾਜ ਦੀਵਾਨ ਲਾਉਂਦੇ ਨੇ ਤੇ 10 ਵਜੇ ਤੱਕ ਦੀਵਾਨ ਸਜਦਾ ਰਹਿੰਦਾ ਹੈ। ਉਹ 10-11 ਵਜੇ ਤੱਕ ਮਹਾਰਾਜ ਸੰਗਤਾਂ ਨੂੰ ਕਥਾ ਕੀਰਤਨ ਰਾਹੀਂ ਉਪਦੇਸ਼ ਦਿੰਦੇ ਹਨ। ਨਾਮ ਜਪੋ ਭਾਈ, ਸੇਵਾ ਕਰੋ। ਜਿਹੜੇ ਸਿੱਖ ਸਵਾਲ ਕਰਦੇ ਨੇ ਕੋਈ, ਉਹਦਾ ਮਹਾਰਾਜ ਜਵਾਬ ਦਿੰਦੇ ਨੇ। ਆਪਣੇ ਪ੍ਰਵਚਨਾਂ ਦੁਆਰਾ, ਆਪਣੇ ਉਪਦੇਸ਼ਾਂ ਦੁਆਰਾ
ਆਪਣੀ ਸੰਗਤ ਨੂੰ ਕਿਰਤਾਰਥ ਕਰਦੇ ਨੇ। ਨਿਜ ਸੇਵਕ ਕੇ ਕਟਹਿ ਕਲੇਸ਼, ਆਪਣੇ ਸੇਵਕਾਂ ਦੇ ਦੁੱਖ ਕਲੇਸ਼ ਕਸ਼ਟ ਕੱਟ ਦਿੰਦੇ ਨੇ ਗੁਰੂ ਜੀ। ਹਾਂਜੀ, ਬਾਹਰੋਂ ਦੇਗ ਤਿਆਰ ਹੋਏ ਜਾਵਹਿ, ਇੰਨੇ ਨੂੰ ਲੰਗਰ ਤਿਆਰ ਹੋ ਜਾਂਦਾ ਹੈ, ਦੁਪਹਿਰ ਦਾ ਲੰਗਰ ਪੱਕ ਜਾਂਦਾ ਹੈ। ਸਰੂਪਕਾਰ ਤਬ ਆਨ ਜਨਾਵਹਿ, ਤਾਂ ਗੁਰੂ ਕਾ ਲਾਂਗਰੀ ਸਿੱਖ ਆ ਕੇ ਬੇਨਤੀ ਕਰਦਾ ਹੈ, ਅਰਦਾਸ ਕਰਦਾ ਗੁਰੂ ਜੀ ਦੇ ਚਰਨਾਂ ਵਿੱਚ। ਲੈ ਸੰਗਤ ਸਗਰੀ ਕੋ ਸੰਗ, ਮਹਾਰਾਜ ਸਾਹਿਬ ਜੀ ਆਪਣੀਆਂ ਸਾਰੀਆਂ ਸੰਗਤਾਂ ਨੂੰ ਨਾਲ ਲੈ ਕਰਕੇ ਬੈਠ ਹੈ ਪੰਗਤ ਲਾਏ ਅਭੰਗ, ਪੰਗਤ ਲਾ ਕਰਕੇ ਦੀਵਾਨ ਦੇ ਵਿੱਚ ਗੁਰੂ ਸਾਹਿਬ ਜੀ ਬੈਠਦੇ ਹਨ। ਹਾਂਜੀ, ਅੰਮ੍ਰਿਤ ਭੋਜਨ ਸੁਪਿੰਨ ਭੁਗਾਵੈ, ਸਾਧ ਸੰਗਤ ਜੀ ਅੰਮ੍ਰਿਤ ਭੋਜਨ ਸਭਨ ਉਗਾਵੇ। ਸਾਰਿਆਂ ਨੂੰ ਮਹਾਰਾਜ ਆਪ ਵੀ ਪੰਗਤ 'ਚ ਬੈਠ ਜਾਂਦੇ, ਗੁਰੂ ਕੀਆਂ ਸੰਗਤਾਂ ਵੀ ਬੈਠ ਜਾਂਦੀਆਂ, ਸਾਰੇ ਗੁਰੂ ਕੇ ਸਿੱਖ ਪ੍ਰਸ਼ਾਦਾ ਲੰਗਰ ਛਕਦੇ ਹਨ, ਗੁਰੂ ਸਾਹਿਬ ਵੀ ਲੰਗਰ ਛਕਦੇ ਹਨ। ਉਠ ਹੈ ਪ੍ਰਭੂ ਜਬ ਸਭ ਤ੍ਰਿਪਤਾਵੈ, ਜਦੋਂ ਸਾਰੇ ਤ੍ਰਿਪਤ ਹੋ ਜਾਂਦੇ ਨੇ, ਸਾਰੇ ਰੱਜ ਕੇ ਪ੍ਰਸ਼ਾਦਾ ਛਕ ਲੈਂਦੇ ਨੇ, ਫਿਰ ਗੁਰੂ ਸਾਹਿਬ ਉੱਠਦੇ ਨੇ। ਗੁਰੂ ਸਾਹਿਬ ਉਹਨਾਂ ਚਿਰ ਬੈਠੇ ਰਹਿੰਦੇ ਜਦੋਂ ਸੰਗਤ ਬੈਠੀ ਰਹਿੰਦੀ ਹੈ, ਤਾਂ ਕਿ ਗੁਰੂ ਕੀ ਸੰਗਤ ਦਾ ਸਤਿਕਾਰ ਬਣਿਆ ਰਹੇ। ਦੇਖੋ ਇਹ ਗੁਰੂ ਸਾਹਿਬ ਜੀ ਮਹਾਰਾਜ ਆਪਣੀ ਸੰਗਤ ਦਾ ਸਤਿਕਾਰ ਕਿੰਨਾ ਕਰਦੇ ਨੇ, ਸੰਗਤ ਨੂੰ ਗੁਰੂ ਤੋਂ ਵੱਧ ਕੇ ਦਰਜਾ ਦਿੰਦੇ। ਮਹਾਰਾਜ ਬੈਠੇ ਰਹਿੰਦੇ ਸੰਗਤ ਦੇ ਵਿੱਚ, ਸੰਗਤ ਵੀ ਆਰਾਮ ਨਾਲ ਲੰਗਰ ਛਕ ਲਵੇ। ਵੀ ਜੇ ਮਹਾਰਾਜ ਪਹਿਲਾਂ ਉੱਠਣਗੇ ਤੇ ਕਈ ਸਿੱਖਾਂ ਨੂੰ ਨਾਲ ਉੱਠਣਾ ਪਏਗਾ, ਸੰਗਤ ਵਿੱਚੇ ਪ੍ਰਸ਼ਾਦਾ ਨਾ ਛੱਡ ਦੇਵੇ, ਕੋਈ ਭੁੱਖਾ ਨਾ ਰਹਿ ਜਾਵੇ। ਇਸ ਗੱਲ ਦਾ ਖਿਆਲ ਰੱਖਦੇ ਹੋਏ ਗੁਰੂ ਸਾਹਿਬ ਬੜੇ ਆਰਾਮ ਨਾਲ ਬੈਠ ਕੇ ਪ੍ਰਸ਼ਾਦਾ ਧੀਰਜ ਨਾਲ ਛਕਦੇ ਨੇ। ਇੰਨੇ ਨੂੰ ਸਾਰੀ ਸੰਗਤ ਛਕ ਉੱਠਦੀ ਹੈ ਤੇ ਮਹਾਰਾਜ ਵੀ ਉੱਠਦੇ ਨੇ। ਹਾਂਜੀ, ਲੇਟ ਹੈ ਪੁੰਨ ਪ੍ਰਿਅੰਕ ਪਰ ਜਾਏ, ਫਿਰ ਦੁਪਹਿਰ ਦੇ 2 ਘੜੀ ਆਰਾਮ ਕਰਨ ਲਈ ਗੁਰੂ ਜੀ ਪਲੰਘੇ ਤੇ ਜਾ ਕੇ ਬਿਰਾਜਮਾਨ ਹੋ ਜਾਂਦੇ ਨੇ, ਲੇਟ ਜਾਂਦੇ ਨੇ। ਕਿਤਕ ਸਮੈ ਸੁਪਤ ਹੈ ਸੁਖ ਪਾਏ, ਕੁਝ ਸਮਾਂ ਆਰਾਮ ਕਰਦੇ ਨੇ, ਕਿਉਂਕਿ ਅੰਮ੍ਰਿਤ ਵੇਲੇ ਦੇ ਸਤਿਗੁਰੂ ਉੱਠੇ ਹੁੰਦੇ ਨੇ। 2 ਘੜੀ ਦੁਪਹਿਰ ਦਾ ਆਰਾਮ ਕਰਨਾ ਸਰੀਰਕ ਮਰਿਆਦਾ ਅਨੁਸਾਰ ਜ਼ਰੂਰੀ ਹੈ, ਤਾਂ ਦੁਪਹਿਰ ਨੂੰ ਮਹਾਰਾਜ ਕੁਝ ਸਮਾਂ ਆਰਾਮ ਕਰਦੇ ਨੇ। ਹਾਂਜੀ, ਟਰੇ ਦਿਵਸ ਜਬ ਉਠਬੋ ਕਰੈ, ਫਿਰ ਦੁਪਹਿਰਾ ਢਲਦਾ 2-2:30 ਵਜੇ ਦੁਬਾਰਾ ਉੱਠਦੇ ਨੇ। ਹਾਂਜੀ, ਸਨੈ ਸਨੈ ਪੁਨ ਸੁਚਤਾ ਧਰੈ, ਫਿਰ 5 ਇਸ਼ਨਾਨਾਂ ਜਾਂ ਇਸ਼ਨਾਨ ਕਰਦੇ ਨੇ। ਕਿਤਕ ਘਟੀ ਤਬ ਕਥਾ ਸੁਣੰਤੇ, ਫਿਰ ਕੁਝ ਘੜੀ ਕਥਾ ਸੁਣਦੇ ਨੇ। ਗੁਰੂ ਕੇ ਵਿਦਵਾਨ ਭਾਈ ਗੁਰਦਾਸ ਜੀ ਵਰਗੇ, ਪੰਡਿਤ ਬੇਣੀ ਪ੍ਰਸਾਦ ਜੀ ਵਰਗੇ ਵਿਦਵਾਨ, ਜਿਹੜੇ ਬਹੁਤ ਪੜ੍ਹੇ ਲਿਖੇ ਵਿਦਵਾਨ, ਸ਼ਾਸਤਰਾਂ ਦੇ ਗਿਆਤਾ, ਗੁਰਬਾਣੀ ਦੇ ਕਥਾਵਾਚਕ, ਉਹ ਕਥਾ ਕਰਦੇ ਨੇ। ਗੁਰੂ ਸਾਹਿਬ ਉਹਨਾਂ ਤੋਂ ਕਥਾ ਸੁਣਦੇ ਨੇ। ਹਾਂਜੀ, ਭਗਤ ਸੋ ਬ੍ਰਹਮ ਗਿਆਨ ਨਿਰਣੰਤੇ, ਇਹ ਕਥਾ ਐਸੀ ਹੁੰਦੀ ਹੈ ਜਿਹਦੇ 'ਚ ਭਗਤੀ ਦਾ ਤੇ ਬ੍ਰਹਮ ਗਿਆਨ ਦਾ ਨਿਰਣਾ ਹੁੰਦਾ। ਐਵੇਂ ਕਿਸੇ ਦੀ ਨਿੰਦਾ ਚੁਗਲੀ ਨੂੰ ਕਥਾ ਨਹੀਂ ਕਹਿੰਦੇ ਸਾਧ ਸੰਗਤ ਜੀ। ਉਹ ਫਲਾਣਾ ਜੰਮ ਪਿਆ, ਫਲਾਣਾ ਮਰ ਗਿਆ, ਫਲਾਣੇ ਦੀ ਲੱਤ ਟੁੱਟ ਗਈ, ਉਹ ਹੋ ਗਿਆ। ਇੱਥੇ ਜਿਵੇਂ ਆਮ ਅੱਜ ਕੱਲ੍ਹ ਅਸੀਂ ਕਰਦੇ ਹਾਂ, ਭਾਈ ਸੰਤੋਖ ਸਿੰਘ ਜੀ ਲਿਖ ਰਹੇ ਵੀ ਕਥਾ ਦੇ ਲੱਛਣ ਕੀ ਹਨ, ਕਥਾ ਦੀ ਡੈਫੀਨੇਸ਼ਨ ਕੀ ਹੈ, ਕਥਾ ਦੀ ਪਰਿਭਾਸ਼ਾ ਕੀ ਹੈ। ਕਥਾ ਉਹ ਹੈ ਜਿਹਦੇ 'ਚ ਪ੍ਰਮਾਤਮਾ ਦੀ, ਗੁਰੂ ਦੀ ਭਗਤੀ ਦੇ ਬਚਨ ਹੋਣ, ਸ਼ਰਧਾ ਦੇ ਭਗਤ ਬਚਨ ਹੋਣ, ਚੰਗੇ ਮਹਾਂਪੁਰਸ਼ਾਂ ਦੀਆਂ ਜੀਵਨੀਆਂ, ਯੋਧਿਆਂ ਸੂਰਬੀਰਾਂ ਦਾ ਇਤਿਹਾਸ, ਸੰਤਾਂ ਭਗਤਾਂ ਦਾ ਇਤਿਹਾਸ, ਜਿਹਨੂੰ ਪੜ੍ਹ ਕੇ ਸੁਣ ਕੇ ਮਨ ਵਿੱਚ ਪ੍ਰਮਾਤਮਾ ਨੂੰ ਮਿਲਣ ਦਾ ਚਾਹ ਪੈਦਾ ਹੋਵੇ, ਉਹ ਕਥਾ। ਜਿਸ ਨੂੰ ਪੜ੍ਹ ਸੁਣ ਕੇ ਦੇਸ਼ ਕੌਮ ਦੀ ਸੇਵਾ ਦਾ ਜਜ਼ਬਾ ਪੈਦਾ ਹੋਵੇ, ਉਹ ਕਥਾ। ਤੇ ਉਹ ਕਥਾ ਗੁਰੂ ਸਾਹਿਬ ਦੇ ਦਰਬਾਰ 'ਚ ਕੈਸੀ ਹੁੰਦੀ ਹੈ, ਜਿਵੇਂ ਅੱਜ ਕੱਲ੍ਹ, ਮਾਫ਼ ਕਰਨਾ, ਇਹ ਗੱਲ ਉਹ ਲਗ ਲਵੇੜ ਹੋ ਜਾਂਦੀ ਹੈ ਨਾ ਵਿਚਾਰਾਂ ਦੀ, ਬਈ ਕਈ ਵਾਰੀ ਕਹਿਣੀ ਪੈ ਜਾਂਦੀ, ਵੈਸੇ ਕਹਿਣ ਨੂੰ ਜੀਅ ਨਹੀਂ ਕਰਦਾ, ਇਹ ਵੀ ਵਿਸ਼ੇ ਤੋਂ ਬਾਹਰ ਜਾ ਕੇ ਕਹਿਣਾ ਪੈ ਰਿਹਾ। ਬਈ ਕਥਾ ਵੀ ਅਸੀਂ ਨਿੰਦਾ ਚੁਗਲੀ ਨੂੰ ਕਹਿਣ ਲੱਗ ਪਏ। ਸਟੇਜ 'ਤੇ ਬਹਿ ਕੇ ਉਹ ਫਲਾਣਾ ਇਹ ਕਰਦਾ ਜੀ, ਫਲਾਣਾ ਉਹ ਕਰਦਾ, ਅਤੇ ਉਹ ਫਿਰ ਗੁਰੂ ਦੇ ਨਾਲੋਂ ਟੁੱਟਣ ਵਾਲੀਆਂ ਗੱਲਾਂ, ਉਹ ਕਥਾ ਨਹੀਂ। ਕਥਾ ਗੁਰੂ ਦਰਬਾਰ 'ਚ ਹੁੰਦੀ ਹੈ ਪਹਿਲੇ ਸਮੇਂ ਤੋਂ, ਪਰ ਉਹਦਾ ਸਬਜੈਕਟ ਕੀ ਹੈ? ਉਸ ਪ੍ਰਭੂ ਦੀ ਸਿਫਤ, ਉਸ ਅਕਾਲ ਪੁਰਖ ਪਰਮੇਸ਼ਰ ਦੀ ਵਡਿਆਈ, ਗੁਰੂ ਦੀ ਵਡਿਆਈ।
ਚੰਗੇ ਮਹਾਂਪੁਰਸ਼ਾਂ, ਸੰਤਾਂ, ਭਗਤਾਂ, ਅਵਤਾਰਾਂ, ਰਿਸ਼ੀਆਂ, ਮੁਨੀਆਂ ਨੇ ਜਿਹੜੀਆਂ ਘਾਲਣਾ ਘਾਲੀਆਂ ਨੇ ਉਹ ਸੁਣਾਉਣੀਆਂ, ਤਾਂ ਕਿ ਸੁਣ ਕੇ ਨਵੀਂ ਜਨਰੇਸ਼ਨ ਨੂੰ ਵੀ ਉਹੀ ਚਾਹ ਪੈਦਾ ਹੋਵੇ, ਅਸੀਂ ਵੀ ਭਗਤੀ ਕਰੀਏ, ਅਸੀਂ ਵੀ ਸਿਮਰਨ ਕਰੀਏ, ਜਾਂ ਅਸੀਂ ਵੀ ਕੋਈ ਬਹਾਦਰ ਯੋਧੇ, ਧਰਮੀ, ਕੋਈ ਦੇਸ਼ ਕੌਮ ਦੇ ਸੇਵਕ ਬਣੀਏ, ਇਸ ਮਨੁੱਖਾ ਜੀਵਨ ਨੂੰ ਕਿਸੇ ਚੰਗੇ ਕੰਮ 'ਤੇ ਲਾਈਏ। ਸੋ ਐਸੀ ਕਥਾ ਗੁਰੂ ਦੇ ਚਰਨਾਂ 'ਚ ਹੁੰਦੀ ਹੈ, ਜਿਸ ਨੂੰ ਸੁਣ ਕੇ ਗੁਰਸਿੱਖਾਂ ਦੇ ਮਨ 'ਚ ਪ੍ਰੇਮਾ ਭਗਤੀ ਪੈਦਾ ਹੁੰਦੀ ਹੈ। ਹਾਂਜੀ, ਪੁੰਨ ਕੀਰਤਨ ਕੋ ਵੇਲਾ ਹੋਏ। ਫਿਰ ਸਾਧ ਸੰਗਤ ਜੀ ਸ਼ਾਮ ਦੇ 5 ਵੱਜ ਜਾਂਦੇ ਹਨ, ਧਰੇ ਫਿਰ ਕੀਰਤਨ ਦਾ ਟਾਈਮ ਹੋ ਜਾਂਦਾ। ਸੋਦਰ ਦਾ ਕੀਰਤਨ ਜਿਹੜਾ ਹੈ ਉਹ ਸ਼ਾਮ ਦੀ ਕਥਾ ਤੋਂ ਬਾਅਦ, ਹੁਣ ਆਮ ਆਪਾਂ ਕਥਾ ਰਹਿ ਰਾਸ ਤੋਂ ਬਾਅਦ ਕਰਦੇ ਹਾਂ, ਪਰ ਪੁਰਾਣੀ ਮਰਜ਼ਾਦਾ ਇਹ ਹੈ ਕਿ ਸੋਦਰ ਤੋਂ ਪਹਿਲਾਂ ਕਥਾ ਇਤਿਹਾਸ ਦੀ ਹੁੰਦੀ ਸੀ, ਫਿਰ ਸੋਦਰ ਦਾ ਚੌਂਕੀ ਦਾ, ਅਤੇ ਉਸ ਤੋਂ ਬਾਅਦ ਰਹਿ ਰਾਸ ਦਾ ਪਾਠ, ਫਿਰ ਕੀਰਤਨ ਸੋਹਲੇ ਦੀ ਚੌਂਕੀ ਦੇ ਸਮਾਪਤੀ। ਇਹ ਮਰਜ਼ਾਦਾ ਤਖਤਾਂ ਦੇ ਤਾਂ ਅੱਜ ਵੀ ਹਜੂਰ ਸਾਹਿਬ, ਪਟਨਾ ਸਾਹਿਬ ਆਦਿ ਜਿਹੜੇ ਹੋਰ ਗੁਰਦੁਆਰੇ, ਸ੍ਰੀ ਅੰਮ੍ਰਿਤਸਰ ਸਾਹਿਬ, ਉੱਥੇ ਇਹੀ ਮਰਜ਼ਾਦਾ ਹੈ। ਉੱਥੇ ਸ਼ਾਮ ਨੂੰ ਹੀ ਕਥਾ ਹੋ ਜਾਂਦੀ ਹੈ। ਗੋਇੰਦਵਾਲ ਸਾਹਿਬ, ਦੂਖਨਿਵਾਰਨ ਸਾਹਿਬ, ਹੋਰ ਜਿਹੜੇ ਗੁਰਦੁਆਰੇ ਹਨ, ਕਈ ਸ਼ਹਿਰਾਂ ਵਿੱਚ ਸੰਗਤਾਂ ਕੰਮਕਾਰ ਕਰਦੀਆਂ ਨੇ, ਕਥਾ ਸੁਣਨਾ ਚਾਹੁੰਦੀਆਂ ਨੇ, ਉਹ ਫਿਰ ਸ਼ਾਮ ਨੂੰ ਰਹਿ ਰਾਸ ਤੋਂ ਬਾਅਦ ਵੀ ਕਥਾ ਦੀ ਮਰਜ਼ਾਦਾ ਚੱਲ ਰਹੀ ਹੈ। ਪਰ ਸ਼ਾਮ ਨੂੰ ਜਾਂ ਰਹਿ ਰਾਸ ਤੋਂ ਪਹਿਲੇ ਜਾਂ ਬਾਅਦ ਕਥਾ ਹੁੰਦੀ ਜ਼ਰੂਰ ਹੈ। ਉਹ ਇਤਿਹਾਸ ਦੀ ਕਥਾ, ਗੁਰੂਆਂ ਦੀ ਕਥਾ, ਯੋਧਿਆਂ ਦੀ ਕਥਾ, ਸ਼ਹੀਦਾਂ ਦੀ ਕਥਾ, ਸੰਤਾਂ ਭਗਤਾਂ ਬ੍ਰਹਮ ਗਿਆਨੀਆਂ ਦੀ ਕਥਾ ਇਹ ਹੁੰਦੀ ਹੈ। ਸੋ ਸਾਧ ਸੰਗਤ ਜੀ, ਗੁਰੂ ਮਹਾਰਾਜ ਦੇ ਚਰਨਾਂ ਵਿੱਚ ਵੀ ਬੜੇ ਬੜੇ ਵਿਦਵਾਨ ਲੋਕ ਕਥਾ ਕਰਿਆ ਕਰਦੇ ਸਨ। ਗੁਰੂ ਸਾਹਿਬ ਕਥਾ ਸੁਣਦੇ, ਕਥਾ ਤੋਂ ਬਾਅਦ ਫਿਰ ਰਾਗੀ ਫਿਰ ਕੀਰਤਨ ਸ਼ੁਰੂ ਕਰ ਦਿੰਦੇ ਹਨ। ਉੱਥੇ ਹੀ ਬੈਠਿਆਂ ਹੀ ਕਥਾ ਦਾ ਭੋਗ ਪਿਆ, ਨਾਲ ਹੀ ਕੀਰਤਨ ਸ਼ੁਰੂ ਹੋ ਗਿਆ। ਹਾਂਜੀ, ਧਰੇ ਪ੍ਰੇਮ ਸੁਣਤੇ ਸਭ ਕੋਏ। ਮਹਾਰਾਜ ਅਤੇ ਸਾਰੀਆਂ ਸੰਗਤਾਂ ਫਿਰ ਪ੍ਰੇਮ ਨਾਲ ਕੀਰਤਨ ਸੁਣਦੀਆਂ ਹਨ। ਸਤ ਸੰਗਤ ਕਰਤੇ ਬਹੁ ਕਾਲ। ਫਿਰ ਇਸ ਤਰ੍ਹਾਂ ਸਤ ਸੰਗਤ 'ਚ ਬੈਠੇ ਰਹਿਣਾ, 2-2, 3-3 ਘੰਟੇ ਸਵੇਰੇ, 2-2, 3-3 ਘੰਟੇ ਸ਼ਾਮ ਨੂੰ। ਇਹ ਅੱਜ ਕੱਲ੍ਹ ਤਾਂ ਸਾਧ ਸੰਗਤ ਜੀ ਸਾਡੇ ਕੋਲੋਂ ਵੀ, ਜਿਹੜੇ ਗੁਰੂ ਘਰਾਂ 'ਚ ਰਹਿੰਦੇ ਆ, ਸਾਡੇ ਕੋਲੋਂ ਵੀ ਇੰਨਾ ਹੁੰਦਾ ਨਹੀਂ, ਪਰ ਪੁਰਾਤਨ ਗੁਰਸਿੱਖ ਜਿਹੜੇ ਸਨ ਉਹ 2.5-2.5, 3-3 ਘੰਟੇ ਸਵੇਰੇ, 2.5-2.5, 3-3 ਘੰਟੇ ਸ਼ਾਮ ਨੂੰ ਘੱਟੋ ਘੱਟ ਕੀਰਤਨ ਕਥਾ ਜ਼ਰੂਰ ਸੁਣਦੇ ਸੀ। ਕੰਮ ਤਾਂ ਚਲੋ ਹੁਣ ਦੁਨਿਆਵੀ ਬੰਦੇ ਰੋਟੀ ਖਾਣ ਕਮਾਉਣ ਵਾਸਤੇ ਕਰਨਾ ਪੈਂਦਾ, ਉਹ ਵੀ ਕਰਦੇ ਸੀ, ਕਿਰਤ ਵੀ ਕਰਦੇ ਸੀ, ਪਰ ਨਾਲ ਸਵੇਰੇ ਸ਼ਾਮ ਦੀਵਾਨ ਦੀ ਹਾਜ਼ਰੀ ਵੀ। ਤਾਂ ਕਥਾ ਸੁਣਦੇ ਹਨ, ਕੀਰਤਨ ਸੁਣਦੇ, ਕਾਫੀ ਸਮਾਂ ਲੰਮਾ ਚੌਂਕੜਾ ਬਹਿ ਮਾਰ ਕੇ ਬੈਠਦੇ ਸਨ। ਹਾਂਜੀ, ਮੇਟ ਹੈ ਦਾਸਨ ਕੇ ਜਮਜਾਲ। ਗੁਰੂ ਅਰਜਨ ਦੇਵ ਜੀ ਸੰਗਤ 'ਚ ਬੈਠੇ ਰਹਿੰਦੇ ਹਨ, ਸੰਗਤਾਂ ਨੂੰ ਦਰਸ਼ਨ ਦਿੰਦੇ ਹਨ, ਅਤੇ ਉਹਨਾਂ ਦੇ ਜਿਹੜੇ ਜਮ ਜਾਲ ਹਨ, ਗਲਾਂ ਵਿੱਚ ਪਈਆਂ ਜਮਾਂ ਦੀਆਂ ਫਾਹੀਆਂ, ਉਹ ਗੁਰੂ ਸਾਹਿਬ ਕੱਟ ਦਿੰਦੇ ਹਨ। ਕਿਰਪਾ ਕਰਕੇ ਆਪਣੇ ਸਿੱਖਾਂ ਨੂੰ ਮੁਕਤੀ ਦਿੰਦੇ ਹਨ। ਹਾਂਜੀ, ਜਾਮ ਜਾਮਨੀ ਉਠ ਉਪਦੇਸ਼ ਹੈ। ਫਿਰ ਸਤਿਗੁਰੂ ਅੰਮ੍ਰਿਤ ਵੇਲੇ ਸਵਾ ਪੈ ਰਾਤ ਰਹਿੰਦੀ ਉੱਠਦੇ ਨੇ, ਫਿਰ ਉਸੇ ਤਰ੍ਹਾਂ ਇਸ਼ਨਾਨ ਕਰਦੇ ਨੇ। ਸਿੱਖਨ ਬਖਸ਼ਿਸ਼ ਹੋਤ ਵਿਸ਼ੇਸ਼ ਹੈ। ਇਸ ਤਰ੍ਹਾਂ ਮਹਾਰਾਜ ਦੇ ਦਰਬਾਰ ਵਿੱਚ ਸਾਧ ਸੰਗਤ ਜੀ ਗੁਰੂ ਕੀ ਬਾਣੀ ਦਾ ਪ੍ਰਵਾਹ ਚੱਲਦਾ ਹੀ ਰਹਿੰਦਾ, ਸੰਗਤਾਂ ਤੇ ਬਖਸ਼ਿਸ਼ਾਂ ਹੁੰਦੀਆਂ ਰਹਿੰਦੀਆਂ ਨੇ। ਰਿੱਧ ਸਿੱਧ ਨੌ ਨਿਧ ਖਰੀ ਹੈ। ਗੁਰੂ ਦੇ ਦਰਬਾਰ ਵਿੱਚ ਰਿੱਧੀਆਂ ਸਿੱਧੀਆਂ 9 ਨਿਧੀਆਂ ਖੜੀਆਂ ਰਹਿੰਦੀਆਂ ਨੇ। ਤੇ ਮਹਾਰਾਜ ਦੇ ਦਰਬਾਰ ਦੇ ਵਿੱਚ ਸਾਰੀਆਂ ਹੀ ਬਰਕਤਾਂ ਨੇ, ਜੋ ਵੀ ਮੰਗੋ ਮਿਲਦਾ। ਜੋ ਮੰਗੈ ਠਾਕਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਜਿਹੜਾ ਸਿੱਖ ਪ੍ਰੇਮ ਨਾਲ ਗੁਰੂ ਚਰਨਾਂ 'ਚ ਆ ਜਾਵੇ, ਮਹਾਰਾਜ ਦੀ ਬਾਣੀ ਪੜ੍ਹਨ ਲੱਗ ਜਾਵੇ, ਬਾਣੀ ਸੁਣਨ ਲੱਗ ਜਾਵੇ, ਕੀਰਤਨ ਸੁਣੇ, ਕਥਾ ਸੁਣੇ, ਨਿਤਨੇਮ ਸੁਣੇ, ਤੇ ਫਿਰ ਮਹਾਰਾਜ ਕੋਲੋਂ ਮੰਗੇ ਜੋ ਵੀ ਉਹ ਮਿਲੇਗਾ, ਉਹਦੇ 'ਚ ਕੋਈ ਸ਼ੱਕ ਨਹੀਂ। ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੈ, ਇਹਾਂ ਉਹਾਂ ਸੱਚ ਹੋਵੇ। ਸਾਧ ਸੰਗਤ ਜੀ, ਅਸੀਂ ਕੁਝ ਕਰਦੇ ਵੀ ਨਹੀਂ ਤਾਂ ਵੀ ਗੁਰੂ ਅਰਦਾਸ ਸੁਣ ਲੈਂਦਾ। ਅਸੀਂ ਤਾਂ ਕੋਈ ਨਾਮ ਨਹੀਂ ਜਪਦੇ, ਕੋਈ ਬਾਣੀ ਨਹੀਂ ਪੜ੍ਹਦੇ, ਕੋਈ ਸੇਵਾ ਨਹੀਂ ਕਰਦੇ, ਕੋਈ ਸਿਮਰਨ ਵੀ ਨਹੀਂ ਕਰਦੇ,
ਫਿਰ ਵੀ ਸਤਿਗੁਰੂ ਸਾਡੀਆਂ ਅਰਦਾਸਾਂ ਸੁਣਦੇ ਨੇ। ਤੇ ਜੇ ਅਸੀਂ ਘਾਲਣਾ ਘਾਲ ਲਾਂਗੇ ਫਿਰ ਕਿਉਂ ਨਹੀਂ ਸੁਣਨਗੇ, ਫਿਰ ਹੋਰ ਕਿਰਪਾ ਕਰਨਗੇ। ਸੋ ਦੋਹਰਾ ਦੋਹਰਾ ਚੌਰਾ ਚੌਰਾ ਲਾਭ ਮਿਲ ਜਾਂਦਾ ਹੈ। ਆਪਣੇ ਲੋਭ ਕੋ ਕੀਨੋ ਮੀਤ, ਸਗਲ ਮਨੋਰਥ ਮੁਕਤ ਪਦ ਦੀਤ। ਸਾਰੇ ਮਨੋਰਥ ਪੂਰੇ ਹੁੰਦੇ ਨੇ, ਮੁਕਤ ਪਦਵੀ ਪ੍ਰਾਪਤ ਹੁੰਦੀ ਹੈ। ਦੇਤ ਸੋ ਜਿਸ ਪਰ ਕਿਰਪਾ ਕਰੀ ਹੈ। ਜਿਹਦੇ ਤੇ ਗੁਰੂ ਮਹਾਰਾਜ ਕਿਰਪਾ ਕਰਦੇ ਨੇ, ਬਖਸ਼ਿਸ਼ ਕਰਦੇ ਨੇ, ਉਹਨੂੰ ਹੀ ਨਿਹਾਲ ਕਰ ਦਿੰਦੇ ਨੇ, ਸਭ ਕੁਝ ਦੇ ਦਿੰਦੇ ਨੇ। ਜੋ ਮੰਗੇ ਠਾਕੁਰ ਆਪਣੇ ਤੇ, ਬਸ ਫਿਰ ਸਾਰਾ ਕੁਝ ਦੇਈ ਜਾਂਦੇ ਨੇ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਭਗਤ ਪ੍ਰੇਮ ਕੈ ਆਤਮ ਗਿਆਨ। ਜੋ ਕੋਈ ਮੰਗੇ, ਕੋਈ ਮਹਾਰਾਜ ਤੋਂ ਸੇਵਾ ਮੰਗਦਾ ਹੈ, ਮਹਾਰਾਜ ਉਹਨੂੰ ਸੇਵਾ ਚ ਲਾਉਂਦੇ ਨੇ। ਸਾਧ ਸੰਗਤ ਜੀ, 3 ਪ੍ਰਕਾਰ ਦੇ ਲੋਕ ਹਨ। ਇੱਕ ਉਹ ਹਨ ਜਿਨ੍ਹਾਂ ਦਾ ਮਨ ਜਿਹੜਾ ਹੈ ਉਹਨੂੰ ਜਨਮਾਂ ਜਨਮਾਂ ਦੀ ਪਾਪਾਂ ਦੀ ਮੈਲ ਲੱਗੀ ਹੋਈ ਹੈ। ਸਾਡੇ ਮਨਾਂ ਨੂੰ ਪਾਪਾਂ ਦੀ ਮੈਲ ਲੱਗੀ ਹੋਈ ਹੈ, ਤੇ ਉਹ ਮੈਲ ਉਤਰਨੀ ਕਿਵੇਂ ਹੈ? ਹਰ ਚੀਜ਼ ਦਾ ਨਾ ਕੋਈ ਸਮਾਧਾਨ ਵੀ ਹੁੰਦਾ। ਜੇ ਕੋਈ ਬਿਮਾਰੀ ਹੈ ਤਾਂ ਉਹਦੀ ਦਵਾਈ ਵੀ ਹੁੰਦੀ। ਡਾਕਟਰ ਦੇ ਕੋਲ ਜਾਓ, ਡਾਕਟਰ ਦੇਖਦਾ ਹੈ, ਮਰੀਜ਼ ਦੀ ਨਬਜ਼ ਦੇਖਦਾ ਹੈ। ਨਬਜ਼ ਦੇਖ ਕੇ ਉਹ ਸਮਝ ਲੈਂਦਾ ਵੀ ਇਹਨੂੰ ਇਹ ਬਿਮਾਰੀ ਹੈ ਔਰ ਇਹ ਦਵਾਈ ਨਾਲ ਠੀਕ ਹੋਣਾ ਇਹਨੇ। ਤੇ ਜੇ ਕੋਈ ਅਨਾੜੀ ਬੰਦਾ ਹੋਵੇ, ਬਿਮਾਰੀ ਹੋਰ ਹੋਵੇ, ਦਵਾਈ ਹੋਰ ਦੇ ਦੇਵੇ। ਬਿਮਾਰੀ ਹੋਰ ਹੈ, ਦਵਾਈ ਹੋਰ ਦੇਤੀ, ਉਹ ਤਾਂ ਗਲਤ ਅਸਰ ਕਰੇਗੀ ਨਾ, ਉਹ ਤਾਂ ਰਿਐਕਸ਼ਨ ਕਰੇਗੀ, ਨੁਕਸਾਨ ਕਰੇਗੀ। ਜੇ ਬਿਮਾਰੀ ਵੀ ਪਤਾ ਲੱਗ ਜਾਏ ਤੇ ਦਵਾਈ ਵੀ ਸਿਆਣਾ ਵੈਦ ਹੀ ਜਾਣਦਾ, ਡਾਕਟਰ ਹੀ ਜਾਣਦਾ। ਹੁਣ ਸਾਨੂੰ ਜਿਹੜੀ ਪਾਪਾਂ ਦੀ ਮੈਲ ਲੱਗੀ ਹੋਈ ਹੈ, ਉਹ ਕਾਹਦੇ ਨਾਲ ਉਤਰਨੀ ਹੈ? ਪਾਪਾਂ ਦੀ ਮੈਲ ਉਤਰਨੀ ਹੈ ਸੇਵਾ ਕਰਕੇ, ਸਿਮਰਨ ਕਰਕੇ। ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਮੈ ਕੈ ਰੰਗ। ਜਿਹੜੀ ਪਾਪਾਂ ਦੀ ਮੈਲ ਹੈ, ਜਦੋਂ ਆਪਾਂ ਗੁਰੂ ਘਰ ਭਾਂਡੇ ਮਾਂਜਾਂਗੇ, ਕੋਈ ਝਾੜੂ ਫੇਰਾਂਗੇ, ਕੋਈ ਵੀ ਸੇਵਾ ਮਹਾਰਾਜ ਦੀ ਨਿਮਾਣੇ ਹੋ ਕੇ ਕਰਾਂਗੇ, ਤੇ ਨਾਲ ਵਾਹਿਗੁਰੂ 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 ਜਪਾਂਗੇ, ਉਹ ਜਿਹੜੀ ਪਾਪਾਂ ਦੀ ਮੈਲ ਹੈ ਉਹ ਖੁਰਚੀ ਜਾਏਗੀ, ਉਤਰ ਜਾਏਗੀ। ਦੂਜੀ ਸਾਡੀ ਪ੍ਰੋਬਲਮ ਹੈ ਕਿ ਸਾਡਾ ਮਨ ਨਹੀਂ ਟਿਕਦਾ। ਇਹ ਦੂਜੀ ਪ੍ਰੋਬਲਮ ਹੈ। ਪਹਿਲੀ ਹੈ ਮਨ ਮੈਲਾ ਹੈ, ਦੂਸਰੀ ਪ੍ਰੋਬਲਮ ਹੈ ਮਨ ਚੰਚਲ ਹੈ। ਇੱਧਰ ਉੱਧਰ ਸੱਜੇ ਖੱਬੇ ਦੌੜਿਆ ਰਹਿੰਦਾ, ਭੱਜਿਆ ਰਹਿੰਦਾ, ਟਿਕਦਾ ਨਹੀਂ। ਇਹਨੂੰ ਟਿਕਾਣ ਦਾ ਤਰੀਕਾ ਕੀਰਤਨ ਸੁਣੋ, ਕਥਾ ਸੁਣੋ। ਹੁਣ ਤੁਸੀਂ ਕਥਾ ਸੁਣ ਰਹੇ ਹੋ, ਹੁਣ ਤੁਹਾਡਾ ਮਨ ਕਿਤੇ ਬਾਹਰ ਗਿਆ, ਜਾਏਗਾ ਤੇ ਫਿਰ ਆਉਣਾ। ਤੇ ਸੁਣੋ ਕੀ ਕਹਿੰਦੀ ਬਾਣੀ। ਇਹ ਮਨ ਨੂੰ ਟਿਕਾਣ ਦਾ ਤਰੀਕਾ ਹੈ। ਕਥਾ ਨਾਲ, ਕੀਰਤਨ ਨਾਲ, ਪਰਮੇਸ਼ਰ ਦੀ ਭਗਤੀ ਨਾਲ ਮਨ ਟਿਕਦਾ ਹੈ। ਤੀਸਰਾ ਹੈ, ਉਹ ਹੈ ਅਗਿਆਨ ਦਾ ਪੜਦਾ ਪਿਆ ਹੋਇਆ ਕਿ ਮੈਂ ਕੌਣ ਹਾਂ, ਪਤਾ ਹੀ ਨਹੀਂ ਮੈਂ ਕੌਣ ਹਾਂ। ਮੈਂ ਕੌਣ ਹਾਂ ਇਹ ਪਤਾ ਨਹੀਂ। ਇਹ ਉਦੋਂ ਪਤਾ ਲੱਗੇਗਾ ਜਦੋਂ ਉਹ ਗੁਰੂ ਅਗਿਆਨ ਦੇ ਪਰਦੇ ਨੂੰ ਚੁੱਕ ਕੇ ਗਿਆਨ ਦਾ ਪ੍ਰਕਾਸ਼ ਕਰੇਗਾ। ਗੁਰੂ ਕਿਰਪਾ ਕਰੇਗਾ, ਖੁਸ਼ ਹੋਵੇਗਾ, ਤੁੱਠੇਗਾ, ਮਿਹਰ ਕਰੇਗਾ, ਰਹਿਮਤ ਕਰੇਗਾ, ਤੇ ਗੁਰੂ ਉਹ ਪਰਦੇ ਨੂੰ ਚੱਕ ਕੇ ਦਿਖਾ ਦੇਗਾ ਵੀ ਤੂੰ ਪਰਮਾਤਮਾ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨਾ ਮਾਂਸ। ਸਟੈਪ ਬਾਈ ਸਟੈਪ ਸਾਰਾ ਕੁਝ ਹੋਏਗਾ, ਇੱਕਦਮ ਨਹੀਂ ਹੁੰਦਾ। ਸਕੂਲ 'ਚ ਵੀ ਬੱਚਾ ਪਹਿਲੇ ਦਿਨ ਜਾਵੇ, ABC ਸਿੱਖਦਾ, ਹੌਲੇ 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 ਪੜ੍ਹਦਾ ਪੜ੍ਹਦਾ ਬੜੀਆਂ ਵੱਡੀਆਂ ਡਿਗਰੀਆਂ ਲੈ ਜਾਂਦਾ। ਜੇ ਪਹਿਲੇ ਦਿਨ ਹੀ ਉਹਨੂੰ ਕਹੋ ਵੀ PhD ਕਰ ਲੈ, ਨਹੀਂ ਹੁੰਦੀ। ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਵੀ ਹੌਲੇ 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 ਹੌਲੇ, ਕੁਝ ਇਸ ਜਨਮ 'ਚ, ਕੁਝ ਅਗਲੇ ਜਨਮ 'ਚ, ਇਹ ਸਾਧ ਸੰਗਤ ਜੀ ਖੇਡ ਵਰਤਦੀ ਹੈ। ਇਹ ਸਬਰ ਸੰਤੋਖ ਦੀ ਗੱਲ ਹੈ।
ਕਾਲੇ ਪਿਆ ਨਹੀਂ ਗੱਲ ਬਣਦੀ ਵੀ ਆਪਾਂ ਕਹੀਏ ਅੱਜ ਹੀ ਮੈਨੂੰ ਹੁਣੇ ਹੀ ਬਸ ਮਾਸਟਰ ਡਿਗਰੀ ਮਿਲ ਜਾਵੇ, ਡਾਕਟਰੇਟ ਦੀ ਪਦਵੀ ਮਿਲ ਜਾਵੇ, ਮੈਂ ਹੁਣੇ ਹੀ ਬਸ ਬਣ ਜਾਵਾਂ ਪ੍ਰੋਫੈਸਰ। ਇੱਦਾਂ ਨਹੀਂ ਬਣਿਆ ਜਾਂਦਾ। ਮਹਾਰਾਜ ਪਹਿਲਾਂ ਸੇਵਾ ਚਲਾਉਂਦੇ ਨੇ, ਸੇਵਾ ਤੋਂ ਫਿਰ ਸਿਮਰਨ ਚੱਲ ਪੈਂਦਾ ਹੈ, ਫਿਰ ਕੀਰਤਨ ਦੀ ਕਥਾ ਦੀ ਸਮਝ ਆਉਣੀ ਸ਼ੁਰੂ ਹੁੰਦੀ ਹੈ। ਕਈ ਪ੍ਰੇਮੀ ਕਹਿੰਦੇ ਅਸੀਂ ਗੁਰਦੁਆਰੇ ਗਏ ਜੀ, ਕੀਰਤਨ ਕਹਿੰਦੇ ਰਾਗੀ ਲੱਗੇ ਸੀ, ਪਤਾ ਨਹੀਂ ਕੀ ਗਾਈ ਜਾਂਦੇ, ਸਾਨੂੰ ਕੋਈ ਪਤਾ ਨਹੀਂ ਲੱਗਾ। ਸਾਡੇ ਉਸ ਇਲਾਕੇ ਵਿੱਚ ਮਹਾਂਪੁਰਸ਼ ਆਏ, ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ। ਪਿੰਡਾਂ ਦੀਆਂ ਮਾਈਆਂ ਨੂੰ ਅਨਾਉਂਸਮੈਂਟ ਕੀਤੀ ਵੀ ਗੁਰਦੁਆਰੇ ਆਓ, ਕਥਾ ਆਉਣੀ ਹੈ। ਮਾਈਆਂ ਵਿਚਾਰੀਆਂ ਅਨਪੜ੍ਹ ਤੁਰ ਗਈਆਂ ਗੁਰਦੁਆਰੇ। 2 ਘੰਟੇ ਬੈਠੀਆਂ ਰਹੀਆਂ। ਜਦੋਂ ਵਾਪਸ ਆਈਆਂ ਪਿੰਡ ਵਿੱਚ, ਇੱਕ ਮਾਈ ਦੂਜੀ ਨੂੰ ਪੁੱਛਦੀ ਨਹੀਂ ਕਿੱਥੇ ਗਈ ਸੀ, ਕਹਿੰਦੇ ਕਥਾ ਸੁਣਨ ਗਈ ਸੀ। ਕਹਿੰਦੇ ਕੀ ਹੁੰਦੀ ਉਹ ਕਥਾ, ਕੀ ਹੁੰਦੀ ਹੈ, ਕਿੱਦਾਂ ਦੀ ਹੁੰਦੀ ਹੈ? ਉਹ ਕਹਿੰਦੇ ਕਥਾ ਕੀ ਹੁੰਦੀ ਹੈ, ਇੱਕ ਬਾਬਾ ਜਿਹਾ ਸੀ, ਬੋਲੀ ਜਾਂਦਾ ਸੀ, ਬੋਲੀ ਜਾਂਦਾ ਸੀ, ਬੋਲੀ ਜਾਂਦਾ ਸੀ, ਸਪੀਕਰ ਲਾ ਕੇ। ਇੱਕ ਉਹਦੇ ਨਾਲ ਹੋਰ ਬੈਠਾ ਸੀ, ਕਿਤਾਬ ਲੈ ਕੇ, ਪੋਥੀ ਲੈ ਕੇ। ਜਦੋਂ ਬਾਬਾ ਭੁੱਲ ਜਾਂਦਾ ਸੀ ਤੇ ਉਹ ਪੋਥੀ ਵਾਲਾ ਦੱਸ ਦਿੰਦਾ ਸੀ। ਤੇ ਇੱਦਾਂ ਦੀ ਹੁੰਦੀ ਹੈ ਕਥਾ। ਤੋ ਸਾਧ ਸੰਗਤ ਜੀ, ਇੱਦਾਂ ਉਹ ਲੋਕ ਵਿਚਾਰੇ ਜਿਹੜੇ ਬਿਲਕੁਲ ਹੀ ਨਵੇਂ ਹਨ, ਆਪਾਂ ਉਹਨਾਂ ਨੂੰ ਕਹੀਏ ਵੀ ਗੁਰਬਾਣੀ ਦੀ ਸਮਝ ਆ ਜੇ ਇੱਕਦਮ, ਹੌਲੇ ਹੌਲੇ ਆਉਂਦੇ ਰਹਿਣਗੇ, ਆਉਂਦੇ ਰਹਿਣਗੇ, ਬੈਠਣਗੇ। ਅੱਜ ਹੋਰ, ਕੱਲ੍ਹ ਹੋਰ, ਪਰਸੋਂ ਹੋਰ। ਜਿਹਨੇ ਕਦੀ ਕਲਾਸ ਵਿੱਚ ਆਉਣਾ ਹੀ ਨਹੀਂ, ਜਿਹਨੇ ਕਦੀ ਗੁਰੂ ਦੀ ਕਲਾਸ 'ਚ ਬਹਿਣਾ ਹੀ ਨਹੀਂ, ਉਹਨੂੰ ਗੁਰਬਾਣੀ ਦੀ ਕੀ ਸਮਝ ਆਉਣੀ ਹੈ? ਗੁਰੂ ਸਾਹਿਬ ਦੇ ਕੋਲ ਸਿੱਖ ਆਉਂਦੇ ਨੇ, ਕਈ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ, ਪਹਿਲਾਂ ਤਾਂ ਉੱਠਿਆ ਹੀ ਨਹੀਂ ਜਾਂਦਾ। 6 ਮਹੀਨੇ ਸਾਲ ਤਾਂ ਸਾਧ ਸੰਗਤ ਜੀ ਆਦਤ ਹੀ ਨਹੀਂ ਪੈਂਦੀ ਸਵੇਰੇ ਉੱਠਣ ਦੀ। ਇੱਕ ਦਿਨ ਉੱਠ ਲਿਆ, ਦੂਜੇ ਦਿਨ ਫਿਰ ਕਹਿੰਦੇ ਅੱਜ ਥੋੜ੍ਹਾ ਜਿਹਾ ਹੋਰ ਸੌਂ ਲਈਏ। ਅਤੇ ਇੱਦਾਂ ਫਿਰ ਤਪੱਸਿਆ ਬੜੀ ਔਖੀ ਹੈ। ਹੌਲੇ ਹੌਲੇ ਗੱਲ ਬਣਦੀ ਹੈ। ਪਹਿਲਾਂ ਸੇਵਾ ਕਰਕੇ ਮਨ ਦੀ ਮੈਲ ਉਤਰਦੀ ਹੈ, ਸਿਮਰਨ ਕਰਕੇ ਮਨ ਦੀ ਮੈਲ ਉਤਰਦੀ ਹੈ, ਫਿਰ ਗੁਰਬਾਣੀ ਦਾ ਕੀਰਤਨ ਸੁਣਨ ਨੂੰ ਰੁਚੀ ਪੈਦਾ ਹੁੰਦੀ ਹੈ। ਸੁਣੀਏ ਕੀ ਕਹਿੰਦੇ ਗੁਰੂ ਸਾਹਿਬ, ਗੁਰੂ ਨਾਲ ਪਿਆਰ ਹੁੰਦਾ, ਫਿਰ ਕਥਾ ਦੀ ਅਤੇ ਕੀਰਤਨ ਦੀ ਸਮਝ ਆਉਂਦੀ ਹੈ। ਜਦੋਂ ਕਥਾ ਕੀਰਤਨ ਦੀ ਸਮਝ ਆਉਂਦੀ, ਪ੍ਰੇਮ ਪਰਮਾਤਮਾ ਨਾਲ ਪੈਦਾ ਹੁੰਦਾ, ਅਤੇ ਫਿਰ ਮਨ ਟਿਕ ਜਾਂਦਾ, ਫਿਰ ਮਨ ਟਿਕ ਜਾਂਦਾ। ਅਤੇ ਜਦੋਂ ਮਨ ਟਿਕ ਜਾਂਦਾ, ਸਿੱਖ ਦਾ ਭਾਂਡਾ ਸਾਫ਼ ਹੋਇਆ ਹੁੰਦਾ, ਉਦੋਂ ਗੁਰੂ ਕਿਰਪਾ ਕਰਦਾ, ਉਹਨੂੰ ਦੱਸ ਦਿੰਦਾ ਕਿ ਤੂੰ ਕੀ ਚੀਜ਼ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਦੋਂ ਗੁਰੂ ਇਹ ਗਿਆਨ ਦੇ ਦਿੰਦਾ, ਉਹਦੀ ਮੁਕਤੀ ਹੋ ਜਾਂਦੀ ਹੈ, ਉਹ ਸਿੱਧਾ ਸੱਚਖੰਡ ਚਲਾ ਜਾਂਦਾ। ਸੋ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਆਪਣੇ ਸਿੱਖਾਂ ਨੂੰ ਨਿਹਾਲ ਕਰ ਰਹੇ ਹਨ। ਪਾਵਹਿ ਆਪਣੇ ਬੰਧਨ ਹਾਨ, ਸਿੱਖਾਂ ਦੇ ਮਹਾਰਾਜ ਬੰਧਨ ਕੱਟਦੇ ਹਨ। ਸੋ ਇਸ ਤਰ੍ਹਾਂ ਸਾਧ ਸੰਗਤ ਜੀ, ਗੁਰੂ ਅਰਜਨ ਦੇਵ ਜੀ ਦੀ ਕਥਾ ਆਪਾਂ ਸੁਣ ਰਹੇ ਹਾਂ। ਹੁਣ ਭਾਈ ਬੌੜਾ ਜੀ ਦੀ ਕਥਾ ਅੱਗੇ ਚੱਲੇਗੀ, ਆਪਾਂ ਸਰਵਣ ਕਰਾਂਗੇ। ਉਹ ਜਾਤ ਦੇ ਸੁਨਿਆਰੇ ਸਨ, ਸੋਨੇ ਦਾ ਕੰਮ ਕਰਦੇ। ਗੁਰੂ ਅਰਜਨ ਦੇਵ ਜੀ ਕੋਲ ਆਉਣਗੇ ਅਤੇ ਮਹਾਰਾਜ ਸਾਹਿਬ ਜੀ ਉਹਨਾਂ ਨੂੰ ਪੁੱਛਣਗੇ ਵੀ ਭਾਈ ਕੰਮ ਕੀ ਕਰਦਾ? ਕਹਿੰਦਾ ਜੀ ਸੁਨਿਆਰੇ ਦਾ। ਮਹਾਰਾਜ ਕਹਿੰਦੇ ਸੱਚ ਦੱਸੀ ਵੀ ਧਰਮ ਦੀ ਕਿਰਤ ਕਰਦਾ ਹੈ ਕਿ ਝੂਠ ਪਾਪ ਦੀ? ਕਹਿੰਦਾ ਮਹਾਰਾਜ ਸੱਚ ਦੱਸਾਂ ਤੁਹਾਡੇ ਸਾਹਮਣੇ ਵੀ ਮਾਂ ਸੱਕੀ ਦੇ ਗਹਿਣਿਆਂ 'ਚੋਂ ਵੀ ਮੈਂ ਚੋਰੀ ਕਰ ਲੈਣਾ। ਮਾਂ ਦਾ ਵੀ ਸੋਨਾ ਹੋਵੇ, ਉਹਦੇ ਵਿੱਚੋਂ ਵੀ ਮੈਂ ਹਿੱਸਾ ਕੱਟ ਲੈਂਦਾ ਹਾਂ, ਅਤੇ ਦੂਜਿਆਂ ਦਾ ਤਾਂ ਮੈਂ ਕੀ ਲਿਹਾਜ਼ ਕਰਨਾ। ਅਤੇ ਗੁਰੂ ਸਾਹਿਬ ਕਿਰਪਾ ਕੀਤੀ ਉਸ ਬੰਦੇ 'ਤੇ। ਉਹਨੇ ਵੀ ਮੰਨਿਆ ਵੀ ਮਹਾਰਾਜ ਮੈਨੂੰ ਪਤਾ ਨਹੀਂ, ਮੈਂ ਤੁਹਾਡੇ ਸਾਹਮਣੇ ਸੱਚ ਕਿਵੇਂ ਬੋਲ ਗਿਆ। ਤੁਹਾਡਾ ਪ੍ਰਭਾਵ ਹੀ ਹੈ, ਕਿਉਂਕਿ ਮਹਾਂਪੁਰਸ਼ ਦਾ ਔਰਾ ਬੜਾ ਤਗੜਾ ਹੁੰਦਾ, ਉਹਦੇ ਕੋਲ ਝੂਠ ਬੋਲਿਆ ਹੀ ਨਹੀਂ ਜਾਂਦਾ। ਅਤੇ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਕੀਤੀ। ਫਿਰ ਭਾਈ ਬੌੜਾ ਬ੍ਰਹਮ ਗਿਆਨੀ ਸਿੱਖ ਬਣਿਆ। ਕਿੱਥੇ ਦੇ ਸੁਨਿਆਰਾ, ਅਤੇ ਉਹ ਵੀ ਸਾਧ ਸੰਗਤ ਜੀ ਕਾਟ ਕਹਿੰਦਾ ਵੀ ਚੋਰੀ ਸਾਰੀ ਉਮਰ ਹੀ ਕੀਤੀ ਹੈ ਕਹਿੰਦਾ, ਅਤੇ ਕਿਤੇ ਮਹਾਰਾਜ ਦੀ ਕਿਰਪਾ ਹੋ ਗਈ। ਕੋਈ ਪਤਾ ਨਹੀਂ ਕਿਤੇ ਕਿਰਪਾ ਕਰਨੀ ਹੈ। ਉਹ ਕਥਾ ਵੀ ਆਪਾਂ ਸੁਣਾਂਗੇ। ਬੜੇ ਬੜੇ ਮਹਾਂਪੁਰਸ਼ਾਂ ਦੀ ਕਥਾ ਆ ਰਹੀ ਹੈ। ਭਾਈ ਬਹਿਲੋ ਸਾਹਿਬ ਜੀ, ਭਾਈ ਸਾਲੋ ਜੀ, ਭਾਈ ਭਗਤੂ ਜੀ, ਭਾਈ ਮੰਝ ਜੀ, ਇਹ ਗੁਰੂ ਸਾਹਿਬ ਨੇ ਇੰਨੇ ਨੇੜੇ ਕਰ ਲਏ ਵੀ ਆਪਣੇ ਵਰਗੇ ਹੀ ਬਣਾ ਲਏ ਸੀਗੇ।
ਬਾਬਾ ਬੁੱਢਾ ਸਾਹਿਬ ਜੀ। ਇਹ ਕੋਈ ਛੋਟੀਆਂ ਮੋਟੀਆਂ ਹਸਤੀਆਂ ਨਹੀਂ। ਇਹਨਾਂ ਸੰਤਾਂ ਦੇ, ਇਹਨਾਂ ਗੁਰਸਿੱਖਾਂ ਦੇ ਪ੍ਰਸੰਗ ਸੁਣਾਂਗੇ, ਸਾਡਾ ਵੀ ਭਲਾ ਹੋ ਜਾਏਗਾ। ਇਤਨੇ ਬਚਨ ਪ੍ਰਵਾਨ ਕਰਨੇ। ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਣਨਾਥ ਅਨਾਥ ਸਖੇ ਦੀ ਪੂਰਨ ਮੋਹਿ ਮਇਆ ਤਾਰ, ਅੰਧਕੂਪ ਮਹਾ ਭਿਆਨ, ਨਾਨਕ ਪਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਤ੍ਰੇ ਪਾਰ, ਜੋ ਸ਼ਰਧਾ ਕਰ ਸੇਵ ਦੇ ਗੁਰੂ